ਗੱਲ ਤੁਹਾਨੂੰ ਦੱਸਾਂਗੇ ਪਾਕਿਸਤਾਨ ਦੇ ਵਿੱਚ ਸਿੱਖਾਂ ਨੇ ਜੋ ਆਪਣੀ ਪੱਖ ਸਾਹਮਣੇ ਰੱਖਿਆ ਹੈ ਅਤੇ ਗੱਲ ਇਹ ਕਹੀ ਹੈ ਕਿ ਜੀ ਭਾਰਤ ਦਾ ਮੀਡੀਆ ਝੂਠੀਆਂ ਖਬਰਾਂ ਫੈਲਾ ਕੇ ਆਪਣੇ ਫੇਕ ਨਿਊਜ਼ ਦੇ ਜਾਲ ਦੇ ਵਿੱਚ ਇੱਕ ਪ੍ਰੋਪੇਗੈਂਡਾ ਨੂੰ ਜਗ੍ਹਾ ਦੇ ਰਿਹਾ ਹੈ। ਆਪ ਜੀ ਦੇ ਰਾਹੀਂ ਖਾਸ ਕਰ ਇੰਡੀਆ ਦੀ ਸਿੱਖ ਸੰਗਤ ਨੂੰ ਬਾਹਰ ਦੀ ਜਿੰਨੀ ਸਿੱਖ ਸੰਗਤ ਹੈ ਉਹਨਾਂ ਨੂੰ ਅੰਦਾਜ਼ਾ ਹੋ ਜਾਏਗਾ ਜੋ ਕੁਝ ਮੈਂ ਹੁਣ ਕਹਿਣ ਲੱਗਾ ਆਪ ਦੇ ਸਾਹਮਣੇ। ਪਨਪਾਇਆ ਜਾ ਰਿਹਾ ਅਜਿਹਾ ਪੂਰਾ ਛੜਯੰਤਰ ਜਿਸ ਦੇ ਵਿੱਚ ਸਿੱਖਾਂ ਨੂੰ ਇੱਕ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਜਾਏ, ਉਹਨਾਂ ਦੇ ਉੱਤੇ ਬੜੀ ਹੀ ਆਸਾਨੀ ਦੇ ਨਾਲ ਸਵਾਲ ਖੜੇ ਕੀਤੇ ਜਾਣ। ਸਾਂਝ ਮੇਰੀ ਤੁਹਾਡੀ ਨਹੀਂ ਹੈ, ਇਹ 10ਵਾਂ ਗੁਰੂ ਦੀ ਸਾਂਝ ਹੈ ਜਿਹੜੀ ਸਿੱਖ ਮੁਸਲਮ ਦੋਸਤੀ ਦੀ ਸਾਂਝ ਚੱਲ ਰਹੀ ਹੈ। ਇਹ ਸਾਂਝ ਬਾਬਾ ਗੁਰੂ ਨਾਨਕ ਦੇ ਟਾਈਮ ਤੋਂ ਚੱਲ ਰਹੀ ਹੈ, ਇਹਨੂੰ ਕੋਈ ਤੋੜਨ ਵਾਲਾ ਪੈਦਾ ਨਹੀਂ ਹੋਇਆ। ਪਾਕਿਸਤਾਨ ਦੀ ਸਰਕਾਰ ਆਪਣੇ ਹੱਥਾਂ ਦੇ ਵਿੱਚ ਇਹਨਾਂ ਸਾਰੇ ਪ੍ਰਬੰਧਾਂ ਨੂੰ ਲੈ ਲਵੇਗੀ। ਕੀ ਗਵਰਨਮੈਂਟ ਪਾਕਿਸਤਾਨ ਨੇ ਪੀਐਮਯੂ ਕਿਹਦੇ ਵਾਸਤੇ ਬਣਾਈ ਹੈ? ਕਰਤਾਰਪੁਰ ਸਾਹਿਬ ਜੀ ਦੇ ਐਡਮਿਨਿਸਟ੍ਰੇਟਰ ਵਾਸਤੇ। ਬਾਹਰ ਦੇ ਜਿੰਨੇ ਕੰਮ ਹੋਣਗੇ, ਕੰਸਟਰਕਸ਼ਨ ਦੇ, ਮੇਨਟੇਨੈਂਸ ਦੇ, ਟੈਕਨੀਕਲ ਕੰਮ ਹੋਣਗੇ, ਸਿਕਿਉਰਿਟੀ ਦੇ ਇਦਾਰੇ ਜਿੰਨੇ ਹੈਗੇ ਨੇ ਉਹਨੂੰ ਸਾਹਮਣਾ, ਸਿਕਿਉਰਿਟੀ ਦੀ ਅਰੇਂਜਮੈਂਟ ਕਰਨਾ, ਉਹ ਕੰਮ ਐਬੈਕੂ ਟਰਸਟ ਪ੍ਰਾਪਰਟੀ ਬੋਰਡ ਨੂੰ ਸਾਂਭ ਦਿੱਤਾ ਗਿਆ ਜੀ। ਲੇਕਿਨ ਇੱਥੇ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਕਿ ਸਿੱਖ ਕੌਮ ਨੂੰ, ਪਾਕਿਸਤਾਨ ਦੀ ਸੰਗਤ ਨੂੰ ਦਰਬਾਰ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ। ਇਹਨਾਂ ਸਾਰੀਆਂ ਗੱਲਾਂ ਦੇ ਵਿਚਾਲੇ ਇੱਕ ਮਸਲਾ ਤੇ ਇੱਕ ਮੁੱਦਾ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲੈ ਕੇ ਜੋ ਕੋਰੀਡੋਰ ਪਿਛਲੇ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਲੇਕਿਨ ਹੁਣ ਮੁੜ ਤੋਂ ਇਹ ਵੀ ਗੱਲ ਫੈਲਾਈ ਜਾ ਰਹੀ ਸੀ ਕਿ ਕੋਰੀਡੋਰ ਦੀ ਸਾਂਭ ਸੰਭਾਲ, ਸਿੱਖ ਸ਼ਰਧਾਲੂਆਂ ਦੇ ਆਉਣ ਜਾਣ ਦੀ ਸਾਰੀ ਨਿਗਰਾਨੀ ਕਿਸੇ ਗੈਰ ਸਿੱਖ ਸੰਸਥਾ ਨੂੰ ਦੇ ਦਿੱਤੀ ਜਾਏਗੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਲੀ ਬੇਸਿਸ ਤੇ 5000 ਸਿੱਖ ਯਾਤਰੀਆਂ ਦੀ ਉਡੀਕ ਕਰਦੀ ਹੈ, ਪਰ ਸਾਡੇ ਇਸ ਕਰਤਾਰਪੁਰ ਕੋਰੀਡੋਰ ਓਪਨ ਤੋਂ ਬਾਅਦ ਵੀ ਸਾਡੇ ਕੋਲ ਸੰਗਤ ਨਹੀਂ ਆ ਰਹੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਅਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ। ਗੱਲ ਤੁਹਾਨੂੰ ਦੱਸਾਂਗੇ ਪਾਕਿਸਤਾਨ ਦੇ ਵਿੱਚ ਸਿੱਖਾਂ ਨੇ ਜੋ ਆਪਣੀ ਪੱਖ ਸਾਹਮਣੇ ਰੱਖਿਆ ਹੈ ਅਤੇ ਗੱਲ ਇਹ ਕਹੀ ਹੈ ਕਿ ਜੀ ਭਾਰਤ ਦਾ ਮੀਡੀਆ ਝੂਠੀਆਂ ਖਬਰਾਂ ਫੈਲਾ ਕੇ ਆਪਣੇ ਫੇਕ ਨਿਊਜ਼ ਦੇ ਜਾਲ ਦੇ ਵਿੱਚ ਇੱਕ ਪ੍ਰੋਪੇਗੈਂਡਾ ਨੂੰ ਜਗ੍ਹਾ ਦੇ ਰਿਹਾ ਹੈ। ਪਨਪਾਇਆ ਜਾ ਰਿਹਾ ਅਜਿਹਾ ਪੂਰਾ ਛੜਯੰਤਰ ਜਿਸ ਦੇ ਵਿੱਚ ਸਿੱਖਾਂ ਨੂੰ ਇੱਕ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਜਾਏ, ਉਹਨਾਂ ਦੇ ਉੱਤੇ ਬੜੀ ਹੀ ਆਸਾਨੀ ਦੇ ਨਾਲ ਸਵਾਲ ਖੜੇ ਕੀਤੇ ਜਾਣ। ਬੀਤੇ ਦਿਨ ਦੇ ਵਿੱਚ ਕਈ ਖਬਰਾਂ ਭਾਰਤੀ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਛਪੀਆਂ ਜਿਸ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਸੀ ਕਿ ਪਾਕਿਸਤਾਨ ਦੇ ਵਿੱਚ ਜਿੰਨੇ ਵੀ ਗੁਰਧਾਮ ਨੇ ਉਹ ਜਲਦ ਹੀ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥੋਂ ਲੈ ਕੇ ਇੱਕ ਨਿੱਜੀ ਪਾਕਿਸਤਾਨੀ ਕੋਈ ਏਜੰਸੀ ਹੋਏਗੀ ਜਾਂ ਪਾਕਿਸਤਾਨ ਦੀ ਸਰਕਾਰ ਆਪਣੇ ਹੱਥਾਂ ਦੇ ਵਿੱਚ ਇਹਨਾਂ ਸਾਰੇ ਪ੍ਰਬੰਧਾਂ ਨੂੰ ਲੈ ਲਵੇਗੀ। ਇਹਨਾਂ ਸਾਰੀਆਂ ਗੱਲਾਂ ਦੇ ਵਿਚਾਲੇ ਇੱਕ ਮਸਲਾ ਤੇ ਇੱਕ ਮੁੱਦਾ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲੈ ਕੇ ਜੋ ਕੋਰੀਡੋਰ ਪਿਛਲੇ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਸੰਗਤਾਂ ਨੇ ਨਤਮਸਤਕ ਕੀਤਾ ਉਸ ਪਾਵਨ ਧਰਤੀ ਦਾ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅਖੀਰਲੇ ਸਾਲ ਉੱਥੇ ਸਮਾਂ ਬਤੀਤ ਕੀਤਾ। ਸੰਗਤਾਂ ਉੱਥੇ ਨਤਮਸਤਕ ਤਾਂ ਹੁੰਦੀਆਂ ਨੇ, ਲੇਕਿਨ ਹੁਣ ਮੁੜ ਤੋਂ ਇਹ ਵੀ ਗੱਲ ਫੈਲਾਈ ਜਾ ਰਹੀ ਸੀ ਕਿ ਕੋਰੀਡੋਰ ਦੀ ਸਾਂਭ ਸੰਭਾਲ, ਸਿੱਖ ਸ਼ਰਧਾਲੂਆਂ ਦੇ ਆਉਣ ਜਾਣ ਦੀ ਸਾਰੀ ਨਿਗਰਾਨੀ ਕਿਸੇ ਗੈਰ ਸਿੱਖ ਸੰਸਥਾ ਨੂੰ ਦੇ ਦਿੱਤੀ ਜਾਏਗੀ। ਇਹ ਸਾਰੀਆਂ ਖਬਰਾਂ ਪੂਰਨ ਤਰੀਕੇ ਦੇ ਨਾਲ ਮੀਡੀਆ ਲਾਈਨ ਦੇ ਵਿੱਚ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਲਿਆਂਦੀਆਂ ਗਈਆਂ ਤੇ ਪ੍ਰਤਿਸ਼ਠ ਅਖਬਾਰਾਂ, ਟੀਵੀ ਚੈਨਲਸ ਦੇ ਉੱਤੇ ਢੋਲ ਕੁੱਟਿਆ ਗਿਆ ਇਸ ਚੀਜ਼ ਦਾ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਇਹ ਸਭ ਕੁਝ ਝੂਠ ਫੈਲਾਇਆ ਜਾ ਰਿਹਾ ਹੈ। ਤੁਹਾਨੂੰ ਦੋ ਤਸਵੀਰਾਂ ਸਭ ਤੋਂ ਪਹਿਲੇ ਦਿਖਾ ਦਿੰਦੇ ਹਾਂ ਜਿਸ ਦੇ ਵਿੱਚ ਇੱਕ ਪਾਸੇ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਫੇਕ ਨਿਊਜ਼ ਦੀ ਸੱਚਾਈ ਨੂੰ ਸਾਹਮਣੇ ਰੱਖਿਆ। ਪਾਕਿਸਤਾਨ ਸਿੱਖ ਜਥੇਬੰਦੀਆਂ ਸਮੇਂ-ਸਮੇਂ ਦੇ ਉੱਤੇ ਜੋ ਜਾਗਰੂਕਤਾ ਦੇ ਨਾਲ ਅਜਿਹੀਆਂ ਖਬਰਾਂ ਦਾ ਖੰਡਨ ਕਰਦੀਆਂ ਨੇ ਅਤੇ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਭਾਰਤ ਦੇ ਵਿੱਚ ਫੇਕ ਨਿਊਜ਼ ਕਿਸ ਤਰੀਕੇ ਦੇ ਨਾਲ ਚਰਮ ਸੀਮਾ ਦੇ ਉੱਤੇ ਪਹੁੰਚੀ ਹੋਈ ਹੈ। ਇੱਥੋਂ ਤੱਕ ਕਿ ਪਾਕਿਸਤਾਨ ਦੇ ਮੀਡੀਆ ਨੇ ਵੀ ਕਿਹਾ ਕਿ ਪਾਕਿਸਤਾਨ ਰਿਜੈਕਟਸ ਇੰਡੀਆ ਦਾ ਪ੍ਰੋਪੇਗੈਂਡਾ, ਕਿ ਪਾਕਿਸਤਾਨ ਨੇ ਇੰਡੀਆ ਦੇ ਵਿੱਚ ਜੋ ਪ੍ਰੋਪੇਗੈਂਡਾ ਸ਼ੁਰੂ ਕੀਤਾ ਗਿਆ ਸੀ ਉਸ ਨੂੰ ਮਨਾ ਕਰ ਦਿੱਤਾ ਹੈ, ਉਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ
ਕਿ ਅਜਿਹਾ ਕਦੇ ਹੋਣਾ ਨਹੀਂ ਚਾਹੀਦਾ ਅਤੇ ਅਜਿਹਾ ਹੋਣਾ ਬਿਲਕੁਲ ਗਲਤ ਹੈ। ਦੋਹਾਂ ਤਸਵੀਰਾਂ ਦੇ ਵਿੱਚ ਇੱਕ ਪਾਸੇ ਭਾਰਤੀ ਮੀਡੀਆ ਦੇ ਨਾਲ ਜੁੜੇ ਹੋਏ ਵੱਡੇ ਅਖਬਾਰ ਜਿਨ੍ਹਾਂ ਦੀਆਂ ਮੇਨ ਸਟ੍ਰੀਮ ਲਾਈਨ ਲੱਗੀਆਂ ਹੋਈਆਂ ਸੀ, ਅੰਗਰੇਜ਼ੀ ਭਾਸ਼ਾ ਦੇ ਵਿੱਚ ਕੋਈ ਗੱਲ ਕਹਿ ਦੋ ਯਾਨੀ ਕਿ ਉਹ ਸੱਚ ਹੀ ਹੋ ਜਾਏਗਾ, ਇਸ ਕਦਰ ਇਹ ਲਾਈਨਾਂ ਲਿਖੀਆਂ ਗਈਆਂ। ਖਬਰ ਦਾ ਸਰੋਤ ਜਾਣਕਾਰੀ ਨਾ ਹੋਣਾ ਇੱਕ ਵੱਡੀ ਘਾਟ ਹੈ। ਕਿਹਾ ਜਾਂਦਾ ਕਿ ਜਾਣਕਾਰੀ ਵਾਧੀ ਹੋਏ ਉਹ ਵੀ ਘਾਤਕ ਹੈ, ਜਾਣਕਾਰੀ ਘੱਟ ਹੋਏ ਉਹ ਵੀ ਘਾਤਕ ਹੈ। ਅਸੀਂ ਸਾਫ਼ ਕਹਿ ਰਹੇ ਹਾਂ ਕਿ ਜੋ ਜਾਣਕਾਰੀ ਸਾਡੇ ਤੱਕ ਭਾਰਤੀ ਮੀਡੀਆ ਤੋਂ ਪਹੁੰਚੀ ਅਤੇ ਪਾਕਿਸਤਾਨ ਦੇ ਵਿੱਚ ਸਿੱਖ ਨੁਮਾਇੰਦਿਆਂ ਨੇ ਜੋ ਆਪਣੀ ਗੱਲ ਸਾਹਮਣੇ ਰੱਖੀ, ਅਸੀਂ ਉਸ ਆਧਾਰ ਦੇ ਉੱਤੇ ਇਸ ਵੇਲੇ ਆਪਣੇ ਦਰਸ਼ਕਾਂ ਦੇ ਨਾਲ ਮੁਖਾਤਬ ਹੋ ਰਹੇ ਹਾਂ। ਇਹਨਾਂ ਸਾਰੇ ਸਵਾਲਾਂ ਦਾ, ਇਹਨਾਂ ਸਾਰੇ ਪ੍ਰੋਪੇਗੈਂਡਿਆਂ ਨੂੰ ਕਿਸ ਤਰੀਕੇ ਦੇ ਨਾਲ ਸੰਭਾਲਿਆ ਜਾਂਦਾ ਹੈ, ਸਿੱਖ ਜਥੇਬੰਦੀਆਂ ਕਿਵੇਂ ਵੇਖਦੀਆਂ ਨੇ, ਸਾਡੇ ਨਾਲ ਇਸ ਵੇਲੇ ਲਾਈਵ ਜੁੜੇ ਹੋਏ ਨੇ ਪਾਕਿਸਤਾਨ ਦੀ ਧਰਤੀ ਤੋਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਵੰਤ ਸਿੰਘ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਿੰਘ ਸਾਹਿਬ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸਤਵੰਤ ਸਿੰਘ ਜੀ, ਇਸ ਪ੍ਰੋਪੇਗੈਂਡੇ ਨੂੰ ਜਾਂ ਇਸ ਅਸਲ ਨਿਊਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਅਤੇ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਤੱਕ ਤੁਸੀਂ ਆਪਣੀ ਕੀ ਗੱਲ ਪਹੁੰਚਾਉਣਾ ਚਾਹੋਗੇ? ਸਭ ਤੋਂ ਪਹਿਲਾਂ ਭਾਈ ਸਾਹਿਬ, ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ। ਆਪ ਜੀ ਦੇ ਰਾਹੀਂ ਖਾਸ ਕਰ ਇੰਡੀਆ ਦੀ ਸਿੱਖ ਸੰਗਤ ਨੂੰ, ਬਾਹਰ ਦੀ ਜਿੰਨੀ ਸਿੱਖ ਸੰਗਤ ਹੈ ਉਹਨਾਂ ਨੂੰ ਅੰਦਾਜ਼ਾ ਹੋ ਜਾਏਗਾ ਜੋ ਕੁਝ ਮੈਂ ਹੁਣ ਕਹਿਣ ਲੱਗਾ ਆਪ ਜੀ ਦੇ ਸਾਹਮਣੇ। ਆਪ ਜੀ ਨੂੰ ਇਹ ਚੀਜ਼ ਲਾਜ਼ਮੀ ਪਤਾ ਹੋਵੇਗੀ ਕਿ ਜਦੋਂ ਕਰਤਾਰਪੁਰ ਕੋਰੀਡੋਰ ਬਣਨ ਲੱਗਾ ਸੀ ਉਹਦੇ ਵਿੱਚ ਇੰਡੀਅਨ ਗਵਰਨਮੈਂਟ ਨੇ, ਇੰਡੀਅਨ ਮੀਡੀਆ ਨੇ ਬਹੁਤ ਹੀ ਜ਼ਿਆਦਾ ਪ੍ਰੋਪੇਗੈਂਡੇ ਕੀਤੇ ਔਰ ਉਹਨਾਂ ਦੀ ਕੋਸ਼ਿਸ਼ ਸੀ ਕਿ ਇਹ ਕੋਰੀਡੋਰ ਕਦੀ ਖੁੱਲੇ ਹੀ ਨਾ ਜੀ। ਪਾਕਿਸਤਾਨ ਦੀ ਸਿੱਖ ਸੰਗਤ ਔਰ ਇੰਡੀਆ ਦੀ ਸਿੱਖ ਸੰਗਤ, ਗੁਰੂ ਨਾਨਕ ਨਾਮ ਲੇਵਾ ਸੰਗਤ ਕਦੀ ਆਪਸ ਵਿੱਚ ਜੁੜਨ ਨਾ, ਸਿੱਖੀ ਵਧੇ ਹੀ ਨਾ। ਇਹ ਕੋਸ਼ਿਸ਼ਾਂ ਉਹਨਾਂ ਦੀ ਹਮੇਸ਼ਾ ਤੋਂ ਸ਼ੁਰੂ ਸੀਗੀ। ਹੁਣ ਵੀ ਜਾ ਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡੇਲੀ ਬੇਸਿਸ ਤੇ 5000 ਸਿੱਖ ਯਾਤਰੀਆਂ ਦੀ ਉਡੀਕ ਕਰਦੀ ਹੈ, ਪਰ ਸਾਡੇ ਇਸ ਕਰਤਾਰਪੁਰ ਕੋਰੀਡੋਰ ਓਪਨ ਤੋਂ ਬਾਅਦ ਵੀ ਸਾਡੇ ਕੋਲ ਸੰਗਤ ਨਹੀਂ ਆ ਰਹੀ ਜੀ। ਖੈਰ, ਗੱਲ ਜਦੋਂ ਤੱਕ ਖਾਸ ਕਰ ਇੰਡੀਆ ਦੇ ਬਹੁਤ ਵੱਡੇ ਵੱਡੇ ਜਥੇਬੰਦੀਆਂ ਨੇ ਗੱਲ ਕੀਤੀ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਾਰੇ ਹੱਕ ਛੀਨ ਲਏ ਗਏ, ਉਹਨਾਂ ਦੀ ਕੰਟਰੋਲ ਵਿੱਚ ਕੁਝ ਨਹੀਂ ਰਿਹਾ ਜੀ। ਅਫਸੋਸ ਵਾਲੀ ਗੱਲ ਇਹ ਹੈ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਜਿੰਨੀ ਵੀ ਮਿਨੋਰਿਟੀ ਦੀ ਪ੍ਰਾਪਰਟੀਜ਼ ਨੇ, ਗੁਰਦੁਆਰਾ ਸਾਹਿਬਾਨ ਜਾਂ ਮੰਦਿਰ ਮਸਜਿਦ ਜਿੰਨੀ ਵੀ ਹੈਗੀਆਂ ਨੇ, ਉਹਦੀ ਪ੍ਰਾਪਰਟੀਜ਼ ਦੀ ਦੇਖਭਾਲ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਕਰਦੀ ਹੈ ਜੀ। ਜੇਕਰ 875 ਏਕੜ ਜ਼ਮੀਨ ਪਾਕਿਸਤਾਨ ਗਵਰਨਮੈਂਟ ਨੇ ਸਿੱਖ ਕੌਮ ਵਾਸਤੇ ਲੋਕਾਂ ਤੋਂ ਖਰੀਦ ਕੇ ਕਰਤਾਰਪੁਰ ਕੋਰੀਡੋਰ ਦਾ ਕੰਪਲੈਕਸ ਬਣਾਇਆ, ਉਸ ਦੌਰਾਨ ਵਿੱਚ ਪਾਕਿਸਤਾਨ ਦੇ ਵੱਖ-ਵੱਖ ਇਦਾਰਿਆਂ ਨੇ 9 ਮੰਥ ਵਿੱਚ ਉਹ ਕੰਮ ਮੁਕੰਮਲ ਕੀਤਾ ਗਿਆ ਜੀ। ਹੁਣ ਜਾ ਕੇ ਸਾਨੂੰ ਇਹ ਮੌਕਾ ਮਿਲਿਆ ਔਰ ਗਵਰਨਮੈਂਟ ਆਫ ਪਾਕਿਸਤਾਨ ਦਾ ਅਸੀਂ ਧੰਨਵਾਦ ਸਾਨੂੰ ਕਰਨਾ ਚਾਹੀਦਾ ਹਰ ਸਿੱਖ ਨੂੰ, ਕਿਉਂਕਿ ਅਸੀਂ ਰਿਲੇਟਡ ਆ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੋਨੋਂ ਮਿਲ ਕੇ ਸਿੱਖ ਕੌਮ ਵਾਸਤੇ ਇੱਥੇ ਗੁਰਦੁਆਰਾ ਸਾਹਿਬਾਨ ਵਾਸਤੇ ਕੰਮ ਕਰਦੇ ਨੇ ਜੀ। ਹੁਣ ਜਾ ਕੇ ਕਰਤਾਰਪੁਰ ਕੋਰੀਡੋਰ ਦੀ ਜਿੰਨੀ ਪ੍ਰਾਪਰਟੀਜ਼ ਹੈ, ਜਿੰਨੇ ਏਕੜ ਤੇ ਗੁਰਦੁਆਰਾ ਸਾਹਿਬ ਬਣਿਆ ਹੈ, ਉਹ ਜਾ ਕੇ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ ਸੌਂਪ ਦਿੱਤਾ ਗਿਆ ਜੀ। ਲੇਕਿਨ ਸੌਂਪਿਆ ਕੀ ਹੈ? ਸੌਂਪਿਆ ਕਿਸੇ ਸਿੱਖ ਰਹਿਤ ਮਰਿਆਦਾ ਨੂੰ ਨਹੀਂ ਸੌਂਪਿਆ ਗਿਆ। ਇਹ ਨਹੀਂ ਸੌਂਪਿਆ ਗਿਆ ਕਿ ਜਾ ਕੇ ਕੱਲ ਨੂੰ ਗੁਰਦੁਆਰੇ ਦੇ ਅੰਦਰ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਦੇ ਵਰਕਰ ਜਾ ਕੇ ਅਰਦਾਸਾਂ ਕਰਨਗੇ ਜਾਂ ਕੜਾ ਪ੍ਰਸ਼ਾਦ ਬਣਾਉਣਗੇ ਜਾਂ ਲੰਗਰ ਦੀ ਸੇਵਾ ਕਰਨਗੇ ਜਾਂ ਸਿੱਖ ਰਹਿਤ ਮਰਿਆਦਾ ਉਹਨਾਂ ਦੇ ਮੁਤਾਬਿਕ ਅਸੀਂ ਚਲਾਵਾਂਗੇ। ਇਹ ਕੁਝ ਵੀ ਨਹੀਂ ਕੀਤਾ ਗਿਆ। ਕੀ ਗਵਰਨਮੈਂਟ ਆਫ ਪਾਕਿਸਤਾਨ ਨੇ PMU ਕਿਹਦੇ ਵਾਸਤੇ ਬਣਾਈ ਹੈ? ਕਰਤਾਰਪੁਰ ਸਾਹਿਬ ਜੀ ਦੇ ਐਡਮਿਨਿਸਟ੍ਰੇਟਰ ਵਾਸਤੇ। ਬਾਹਰ ਦੇ ਜਿੰਨੇ ਕੰਮ ਹੋਣਗੇ, ਕੰਸਟਰਕਸ਼ਨ ਦੇ, ਮੇਨਟੇਨੈਂਸ ਦੇ, ਟੈਕਨੀਕਲ ਕੰਮ ਹੋਣਗੇ, ਸਿਕਿਉਰਿਟੀ ਦੇ ਇਦਾਰੇ ਜਿੰਨੇ ਹੈਗੇ ਨੇ ਉਹਨੂੰ ਸਾਂਭਣਾ, ਸਿਕਿਉਰਿਟੀ ਦੀ ਅਰੇਂਜਮੈਂਟ ਕਰਨਾ, ਉਹ ਕੰਮ ਐਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ ਸਾਂਭ ਦਿੱਤਾ ਗਿਆ ਜੀ। ਲੇਕਿਨ ਇੱਥੇ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਕਿ ਸਿੱਖ ਕੌਮ ਨੂੰ, ਪਾਕਿਸਤਾਨ ਸਿੱਖ ਸੰਗਤ ਨੂੰ ਦਰਬਾਰ ਸਾਹਿਬ ਤੋਂ ਕੱਢਿਆ ਜਾ ਰਿਹਾ ਹੈ। ਹੁਣ ਜਾ ਕੇ ਸਿੱਖ ਰਹਿਤ ਮਰਿਆਦਾ ਦਾ ਕੀ ਹੋਏਗਾ? ਇਹ ਸਰਾਸਰ ਬੇਬੁਨਿਆਦ ਨੇ ਔਰ ਮੈਂ ਇਹਦੀ ਜ਼ੋਰ ਨਿੰਦਾ ਵੀ ਕਰਦਾ ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਸਾਡੇ ਉੱਤੇ ਉਂਗਲ ਚੱਕਣ ਵਾਲੇ ਲੋਕ ਜਾ ਕੇ ਆਪਣੀ ਸਿੱਖੀ ਸਾਂਭਣ, ਫਿਰ ਜਾ ਕੇ ਇੱਥੇ ਸਾਡੇ ਨਾਲ ਕੰਪੈਰੀਜ਼ਨ ਕਰਨ ਕਿ ਸਿੱਖੀ ਐਕਚੁਅਲੀ ਸਿੱਖ ਰਹਿਤ ਮਰਿਆਦਾ ਦੇ ਮੁਤਾਬਿਕ ਤੁਹਾਨੂੰ ਸਿੱਖੀ ਨਜ਼ਰ ਕਿੱਥੇ ਆਏਗੀ।
ਕਿਸ ਗੁਰਤਾਮਾ ਵਿੱਚ ਤੁਹਾਨੂੰ ਸਿੱਖੀ ਨਜ਼ਰ ਆਏਗੀ? ਜੀ, ਭਾਰਤੀ ਮੀਡੀਆ ਦੇ ਵਿੱਚ ਇਸ ਖਬਰਾਂ ਨੂੰ ਜ਼ੋਰ-ਸ਼ੋਰ ਦੇ ਨਾਲ ਚੁੱਕਿਆ ਗਿਆ, ਇੱਥੋਂ ਤੱਕ ਕਿ ਕਈ ਵੱਡੇ ਆਗੂਆਂ ਨੇ ਬਿਆਨ ਤੱਕ ਦੇ ਦਿੱਤੇ ਕਿ ਜੀ ਇਹ ਗਲਤ ਹੋ ਰਿਹਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਕਿਸੇ ਵੀ ਤਰੀਕੇ ਦੇ ਨਾਲ ਭਾਵੇਂ ਭਾਰਤ ਦੇ ਵਿੱਚ ਭਾਵੇਂ ਪਾਕਿਸਤਾਨ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਇੱਕ ਵੱਡੀ ਢਾਲ ਆ ਸਕਦੀਆਂ ਨੇ? ਕਿਉਂਕਿ ਉਹਨਾਂ ਨੇ ਤਾਂ ਆਪਣੀ ਅਖਬਾਰਾਂ, ਆਪਣੀ ਵੈਬਸਾਈਟਾਂ, ਆਪਣੇ ਚੈਨਲ ਚਲਾਣੇ ਨੇ, ਕਿਸ ਦੇ ਸਿਰ ਦੇ ਉੱਤੇ? ਘੱਟ ਗਿਣਤੀਆਂ ਦੇ ਸਿਰ ਦੇ ਉੱਤੇ। ਜੇਕਰ ਅਜਿਹੀ ਨੌਬਤ ਆ ਰਹੀ ਹੈ ਤਾਂ ਇੱਕ ਸਿੱਖ ਦਾ ਫਰਜ਼ ਕੀ ਬਣਦਾ ਹੈ, ਭਾਵੇਂ ਉਹ ਚੜ੍ਹਦੇ ਪੰਜਾਬ ਦਾ ਹੋਵੇ, ਭਾਵੇਂ ਲਹਿੰਦੇ ਪੰਜਾਬ ਦਾ, ਭਾਵੇਂ ਪਾਕਿਸਤਾਨ ਦਾ, ਭਾਵੇਂ ਭਾਰਤ ਦਾ? ਇਹਨਾਂ ਨੂੰ ਨਾ 2% ਦੇ ਸਿੱਖਾਂ ਦਾ ਹਲੇ ਅਹਿਮੀਅਤ ਤੇ ਉਹਨਾਂ ਦੀ ਔਕਾਤ ਦਾ ਨਹੀਂ ਪਤਾ ਕਿ 2% ਸਿੱਖ ਜਿਹੜਾ ਹੈ ਉਹ ਪੂਰੀ ਦੁਨੀਆ ਵਿੱਚ ਰਾਜ ਕਰ ਰਿਹਾ ਹੈ। ਔਰ ਜਿਹੜੀ ਗੱਲ ਸਾਂਝ ਦੀ ਹੈ ਜੀ, ਇਹ ਸਾਂਝ ਮੇਰੀ ਤੁਹਾਡੀ ਨਹੀਂ ਹੈ, ਇਹ 10ਵਾਂ ਗੁਰੂ ਦੀ ਸਾਂਝ ਹੈ, ਜਿਹੜੀ ਸਿੱਖ ਮੁਸਲਿਮ ਦੋਸਤੀ ਦੀ ਸਾਂਝ ਚੱਲ ਰਹੀ ਹੈ। ਇਹ ਸਾਂਝ ਬਾਬਾ ਗੁਰੂ ਨਾਨਕ ਦੇ ਟਾਈਮ ਤੋਂ ਚੱਲ ਰਹੀ ਹੈ, ਇਹਨੂੰ ਕੋਈ ਤੋੜਨ ਵਾਲਾ ਪੈਦਾ ਨਹੀਂ ਹੋਇਆ। ਔਰ ਕੋਸ਼ਿਸ਼ ਉਹਨਾਂ ਦੀ ਬਿਲਕੁਲ ਇਦਾਂ ਹੀ ਹੈ ਕਿ ਸਾਂਝ ਟੁੱਟੇ। ਔਰ ਕਰਤਾਰਪੁਰ ਕੋਰੀਡੋਰ ਦਾ ਮਕਸਦ ਗਵਰਨਮੈਂਟ ਪਾਕਿਸਤਾਨ ਨੇ ਜਿਹੜਾ ਮਕਸਦ ਕ੍ਰੀਏਟ ਕੀਤਾ ਗਿਆ, ਇਹ ਸਾਂਝ ਨੂੰ ਕ੍ਰੀਏਟ ਕੀਤਾ ਗਿਆ। ਸਾਡੀ 72 ਸਾਲਾਂ ਦੀ ਅਰਦਾਸਾਂ ਹੁਣ ਜਾ ਕੇ ਸਾਨੂੰ ਅਰਦਾਸਾਂ ਦਾ ਫਲ ਮਿਲ ਰਿਹਾ ਔਰ ਜਾ ਕੇ ਅਸੀਂ ਚਾਹੁੰਦੇ ਹਾਂ ਕਿ ਸਿੱਖ ਸੰਗਤਾਂ ਮਿਲਣ। ਲੇਕਿਨ ਇਹ ਕੋਈ ਅੱਜ ਦੀ ਗੱਲ ਨਹੀਂ ਹੈ, ਕੋਈ ਛੋਟੀ ਜਿਹੀ ਵੀ ਗੱਲ ਕਰਤਾਰਪੁਰ ਗੁਰਦੁਆਰੇ ਸਾਹਿਬ ਦੇ ਉੱਪਰ ਆਉਂਦੀ ਹੈ ਤੇ ਪਾਕਿਸਤਾਨ ਦੇ ਉੱਤੇ ਪ੍ਰੋਪੇਗੈਂਡੇ ਕੀਤੇ ਜਾ ਰਹੇ ਨੇ। ਪਰ ਜਿਵੇਂ ਮੈਨੂੰ ਉਮੀਦ ਹੈ, ਇਸ ਤਰ੍ਹਾਂ ਦੇ ਹਰ ਗੁਰਸਿੱਖ ਨੂੰ ਇਹ ਉਮੀਦ ਹੈ, ਕਦੀ ਇਹ ਸਾਂਝ ਖਤਮ ਨਹੀਂ ਹੋ ਸਕਦੀ, ਕਦੀ ਕੰਪੈਰੀਜ਼ਨ ਕੋਈ ਨਹੀਂ ਕਰ ਸਕਦਾ ਕਿ ਪਾਕਿਸਤਾਨ ਦੀ ਗੁਰਤਾਮਾ ਦਾ ਕੀ ਹਾਲਤ ਹੈ ਔਰ ਇੰਡੀਆ ਦੀ ਗੁਰਤਾਮਾ ਦਾ ਕੀ ਹਾਲਤ ਹੈ। ਸਾਰੀ ਸਿੱਖ ਕੌਮ ਨੂੰ ਸੋਸ਼ਲ ਮੀਡੀਆ ਦਾ ਦੌਰ ਹੈ ਵੀਰ ਜੀ, ਸੋਸ਼ਲ ਮੀਡੀਆ ਦੇ ਦੌਰ ਨੇ ਬਹੁਤ ਕੁਝ ਸਿਖਾ ਦਿੱਤਾ ਸੰਗਤਾਂ ਨੂੰ। ਲੋਕ ਆਪ ਹੀ ਦੇਖ ਰਹੇ ਨੇ, ਹਰ ਚੀਜ਼ ਗੇਨ ਕਰ ਰਹੇ ਨੇ, ਸਭ ਨੂੰ ਪਤਾ ਹੈ। ਜਾ ਕੇ ਤੁਸੀਂ ਕਿ ਜਿਸ ਪੋਸਟ ਤੇ ਵੀ, ਜਿਸ ਸੋਸ਼ਲ ਮੀਡੀਆ ਤੇ, ਜਿਸ ਨਿਊਜ਼ ਪੇਪਰ ਤੇ ਕਿਸੇ ਨੇ ਬੈਠ ਕੇ ਕੀਤੇ ਹੋਣ ਪਾਕਿਸਤਾਨ ਦੇ ਖਿਲਾਫ ਜਾਂ ਕਿਸੇ ਗੁਰਸਿੱਖ ਨੇ PSGPC ਜਾਂ ਗੁਰਤਾਮਾ ਦੇ ਖਿਲਾਫ ਕੁਝ ਕੀਤਾ ਹੋਵੇ ਤੇ ਅਸੀਂ ਹਾਜ਼ਰ ਹਾਂ। ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਪ੍ਰੋਪੇਗੈਂਡੇ ਬੇਬੁਨਿਆਦ ਨੇ, ਜ਼ਾਇਆ ਨੇ। ਸਿਰਫ ਆਪਣੀ ਸਿਆਸਤਾਂ, ਆਪਣੇ ਕਾਰੋਬਾਰ, ਆਪਣੀ ਕਮੇਟੀਆਂ, ਆਪਣੇ ਜਥੇਬੰਦੀਆਂ, ਆਪਣਾ ਇੱਕ ਸਿਸਟਮ, ਕੋਈ ਕਿਸੇ ਦੇ ਪਿੱਛੇ ਖੜਾ ਹੈ, ਕੋਈ ਕਿਸੇ ਦੇ ਪਿੱਛੇ ਖੜਾ, ਉਹ ਚਲਾਉਣ ਵਾਸਤੇ ਸਿੱਖੀ ਨੂੰ ਮਿਸਯੂਜ਼ ਕਰ ਰਹੇ ਨੇ। ਜੀ, ਜਿਸ ਤਰੀਕੇ ਦੇ ਨਾਲ ਅਸੀਂ ਅੱਜ ਦੇ ਹਾਲਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ, ਖਬਰਾਂ ਤੁਹਾਡੇ ਤੱਕ ਵੀ ਪਹੁੰਚੀਆਂ ਹੋਣਗੀਆਂ ਭਾਰਤ ਦੇ ਵਿੱਚ ਕਿਸਾਨੀ ਮੋਰਚੇ ਨੂੰ ਲੈ ਕੇ ਕੀ ਕੁਝ ਹੋ ਰਿਹਾ। ਜਿੱਥੇ ਅੱਜ ਸਾਡੇ ਫੈਡਰਲ ਢਾਂਚੇ ਦੇ ਉੱਤੇ ਜ਼ੋਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਹੀ ਦੂਸਰੇ ਪਾਸੇ ਜੇਕਰ ਅਮਨ ਅਮਾਨ ਹੈਗਾ ਹੈ ਤਾਂ ਉਹ ਬਰਕਰਾਰ ਕਿਉਂ ਨਹੀਂ ਰੱਖਣ ਦਿੱਤਾ ਜਾਂਦਾ? ਇਹ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ। ਹਮੇਸ਼ਾ ਇਹ ਵੇਖ ਲਿੱਤਾ ਜਾਂਦਾ ਕਿ ਸਿੱਖ ਘੱਟ ਗਿਣਤੀ 'ਚ ਨੇ ਪਾਕਿਸਤਾਨ ਦੇ ਵਿੱਚ, ਜੇਕਰ ਕੋਈ ਵੀ ਉੱਥੇ ਊਚ ਨੀਚ ਹੋ ਜੇ ਤਾਂ ਅਸੀਂ ਇੱਥੋਂ ਦੀ ਆਵਾਜ਼ ਬੁਲੰਦ ਕਰਨੀ ਹੈ, ਅਸੀਂ ਹਾਈ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਜਾ ਕੇ ਡੇਰਾ ਲਾ ਲੈਣਾ। ਲੇਕਿਨ ਇਹ ਨਹੀਂ ਕਦੇ ਵੇਖਿਆ ਜਾਂਦਾ ਕਿ ਉਹ ਪਰਲੇ ਪਾਸੇ ਸਰਕਾਰ ਕਿੰਨਾ ਕੁਝ ਕਰ ਰਹੀ ਹੈ ਤੁਹਾਡੇ ਲਈ ਕੀ ਕੁਝ ਕੀਤਾ ਤੇ ਕੀ ਕੁਝ ਪਲੈਨਿੰਗ ਦੇ ਵਿੱਚ ਲੱਗੀ ਹੋਈ ਹੈ। ਕਿਉਂਕਿ ਸਾਡੇ ਨਾਲ, ਅਸੀਂ ਜਿਸ ਵੇਲੇ ਉੱਥੇ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉੱਥੇ ਕਿਹਾ ਜਾਂਦਾ ਕਿ ਹਾਂ, ਮਾਈਨੋਰਟੀਜ਼ ਦੇ ਹੱਕ ਦੇ ਲਈ ਇਮਰਾਨ ਖਾਨ ਅਤੇ ਉਹਨਾਂ ਦੀ ਸਰਕਾਰ ਡਟ ਕੇ ਖੜੀ ਹੈ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਮੇਂ-ਸਮੇਂ ਤੇ ਜੇਕਰ ਕੋਈ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਬੜੀ ਹੀ ਬੇਬਾਕੀ ਦੇ ਨਾਲ ਆਪਣਾ ਸਟੈਂਡ ਰੱਖਦੀਆਂ ਵੀ ਨੇ, ਭਾਵੇਂ ਸਰਕਾਰ ਤੱਕ ਆਪਣਾ ਗਿਲਾ ਸ਼ਿਕਵਾ ਕਿਉਂ ਨਾ ਪਹੁੰਚਾਉਣਾ ਹੋਏ। ਜੀ ਭਾਈ ਸਾਹਿਬ, ਇਸ ਤਰ੍ਹਾਂ ਹੈ ਨਾ ਕਿ ਦੁਨੀਆ ਭਰ ਵਿੱਚ ਸਿੱਖ ਕੌਮ ਤਰੱਕੀ ਕਰ ਰਹੀ ਹੈ ਜੀ, ਔਰ ਜਿਹੜੇ ਲੋਕ ਹਾਈ ਕਮਿਸ਼ਨ ਤੱਕ ਦੇ ਦਫ਼ਤਰ ਤੱਕ ਜਾਂਦੇ ਨੇ ਨਾ, ਉਹਦੇ ਪਿੱਛੇ ਇੱਕ ਪੂਰਾ ਪਰਿਵਾਰ ਹੈ ਉਹਨਾਂ ਦਾ ਜੀ, ਠੀਕ ਹੈ। ਉਹ ਪਰਿਵਾਰ ਦੇ ਕਹਿਣ ਦੇ ਮੁਤਾਬਿਕ ਜਾਂਦੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰਸਿੱਖੀ ਕੀ ਹੈ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿੰਨੀ ਆਪਣਾ ਸਰਬੰਸ ਵਾਰ ਦਿੱਤਾ, ਠੀਕ ਹੈ ਜੀ। ਔਰ ਸਿਰਫ ਆਪਣੀ ਪੋਸਟ ਨੂੰ ਲੈ ਕੇ ਆਪਣੇ ਦੇ ਪਿੱਛੇ, ਆਵਾਜ਼ ਦੇ ਪਿੱਛੇ ਜਾਂਦੇ ਨੇ। ਔਰ ਉਹਨਾਂ ਨੂੰ ਪਤਾ ਹੈ ਕਿ ਅਗਰ ਜਿਹੜੀ ਸਾਂਝ ਹੈ, ਸਿੱਖ ਮੁਸਲਿਮ ਦੋਸਤੀ ਦੀ ਜਿਹੜੀ ਸਾਂਝ ਹੈ, ਅਗਰ ਇਹ ਮੁਸਲਿਮ ਤੇ ਸਿੱਖ ਆਪਸ ਵਿੱਚ ਇੱਕ ਹੋ ਗਏ ਨਾ ਤੇ ਫਿਰ ਤੇ ਸਭ ਕੁਝ ਸਾਨੂੰ ਮਿਲ ਜਾਣਾ। ਸਿੱਖ ਕੌਮ ਨੂੰ ਨਾ ਜੁੜ ਨਹੀਂ ਦੇ ਰਹੇ। ਸਿੱਖ ਕੌਮ ਨੂੰ ਹਮੇਸ਼ਾ ਇਹਨਾਂ ਨੇ ਪਿੱਛੇ ਕੀਤਾ ਹੋਇਆ ਹੈ, ਤਾਂ ਕਿ ਸਿੱਖ ਕੌਮ ਅਗਰ ਫਰੰਟ ਤੇ ਆਵੇ ਤੇ ਇਹਨਾਂ ਕੋਲ ਸਭ ਕੁਝ ਖੋ ਜਾਣਾ ਹੈ। ਭਾਵੇਂ ਸਾਡੇ ਇਹ ਗਲਤੀਆਂ ਸਾਡੀ ਆਪਣੀਆਂ ਨੇ, ਅਗਰ ਕੋਈ ਗਲਤੀ ਕਰ ਰਿਹਾ ਹੈ ਤੇ ਸਾਡੇ ਆਪਣੇ ਵੱਡੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਹ ਕੰਮ ਕੀਤੇ ਨੇ, ਔਰ ਸ਼ਾਇਦ ਅਸੀਂ ਉਹਨਾਂ ਨੂੰ ਤਰੀਕਾ ਸਿਖਾ ਰਹੇ ਹਾਂ। ਕੋਈ ਵੱਡੀ ਸੰਸਥਾ, ਇੰਡੀਆ ਦੀ ਵੱਡੀ ਸੰਸਥਾ ਬੈਠੀ ਹੈ ਉੱਥੇ, ਉਹ ਆਪਣੀ ਸਿੱਖ ਕੌਮ ਵਾਸਤੇ ਕੁਝ ਨਹੀਂ ਕਰੇਗੀ ਤੇ ਆ ਕੇ ਕਿਸੇ ਹੋਰ ਬੰਦੇ ਨੇ ਥੋੜੀ ਕਰਨਾ, ਕਿਸੇ ਬ੍ਰਾਹਮਣ ਨੇ ਆ ਕੇ ਤੁਹਾਨੂੰ ਕੁਝ ਨਹੀਂ ਦੇਣਾ। ਸਿੱਖ ਕੌਮ ਨੇ ਆਪਣਾ ਹੱਕ ਮੰਗਣਾ। ਮੈਨੂੰ ਕੋਈ ਦੱਸੇ ਮੈਂ ਪਾਕਿਸਤਾਨ ਗਵਰਨਮੈਂਟ ਤੋਂ ਕੀ ਮੰਗਾ, ਤੁਸੀਂ ਮੈਨੂੰ ਦੱਸ ਦਿਓ ਕੀ ਮੰਗਾ ਉਹਦੇ ਕੋਲ ਜੀ। ਤੁਸੀਂ ਕਹੋਗੇ ਮੈਂ ਮੰਗ ਲੈਣਾ, ਉਹ ਨਾ ਦਿੱਤਾ ਫਿਰ ਅਸੀਂ ਜੁਰਮ ਦਾ। ਔਰ ਕੀ ਕੁਝ ਨਹੀਂ ਦਿੱਤਾ,
ਕਿਵੇਂ ਰਾਜ ਕਰੇਗਾ ਖਾਲਸਾ? ਰਾਜ ਜੀ। ਕਰੇਗਾ ਖਾਲਸਾ ਕਿਵੇਂ ਹੁੰਦਾ? ਇਹ ਕਰ ਰਹੇ ਹਾਂ ਅਸੀਂ ਰਾਜ। ਹੂੰ ਜਾ ਕੇ ਕੋਈ ਸਾਡੀ ਦਾੜੀ ਨੂੰ ਕੋਈ ਹੱਥ ਤੇ ਲਾਵੇ, ਕੋਈ ਇੱਕ ਬੰਦਾ ਤੇ ਕਹੇ ਵੀ ਤੁਸੀਂ ਦਾੜੀ ਕੱਟੋ, ਕੋਈ ਇੱਕ ਬੰਦਾ ਜਾ ਕੇ ਬਾਜ਼ਾਰ 'ਚ ਸਾਨੂੰ ਕਹੇ ਕਿ ਤੁਸੀਂ ਪਗੜੀ ਕਿਉਂ ਪਾਈ ਆ, ਉਹ ਤੇ ਸਾਡੀ ਪਗੜੀ ਨੂੰ ਦੇਖ ਕੇ ਸਾਡੇ ਨਾਲ ਪ੍ਰਾਊਡ ਮਹਿਸੂਸ ਕਰਦੇ ਨੇ, ਸਿਰਫ ਪਗੜੀ ਨੂੰ ਦੇਖ ਕੇ। ਮੈਂ ਅੰਦਰ ਕਿਵੇਂ ਆ ਮੈਨੂੰ ਨਹੀਂ ਪਤਾ, ਰੱਬ ਜਾਣਦਾ ਹੈ, ਲੇਕਿਨ ਸਾਡੀ ਪਗੜੀ, ਸਾਡੀ ਦਾਤ, ਸਾਡੀ ਬਖਸ਼ਿਸ਼, ਇਹਨੂੰ ਦੇਖ ਕੇ ਇੱਥੇ ਮੁਸਲਮਾਨ ਵੀਰ ਸਾਡੇ ਨਾਲ ਪ੍ਰਾਊਡ ਫੀਲ ਕਰਦੇ ਨੇ ਜੀ। ਔਰ ਸਾਡੀ ਗਵਰਨਮੈਂਟ ਕੀ ਕਹਿੰਦੀ ਹੈ? ਕਹਿੰਦੀ ਤੁਸੀਂ ਸਿੱਖ ਰਹਿਤ ਮਰਿਆਦਾ ਵਿੱਚ ਰਹੋ, ਤੁਸੀਂ 4-4 ਵਿਆਹਾਂ ਕਰੋ, ਸਿੱਖ ਕੌਮ ਨੂੰ ਵਧਾਓ, ਤਾਂ ਕਿ ਦੱਸ ਸਕੋ ਤੁਹਾਡੀ ਗੁਰੂਆਂ ਦੀ ਸ਼ਹਾਦਤਾਂ ਕਿੰਨੀਆਂ ਨੇ। ਤੁਹਾਨੂੰ ਅਗਰ ਕੋਈ ਯਾਦ ਕਰਦੇ, ਤੁਹਾਡੀ ਸ਼ਹਾਦਤਾਂ ਨੂੰ ਲੈ ਕੇ ਯਾਦ ਕਰਦੇ ਨੇ ਜੀ। ਸਿੱਖ ਕੌਮ ਨੂੰ ਵਧਾਓ, ਜੋੜੋ ਲੋਕਾਂ ਨੂੰ। ਜੀ। ਕਰਤਾਰਪੁਰ ਕੋਰੀਡੋਰ ਦਾ ਮਕਸਦ ਕੀ ਸੀ? ਤਾਂ ਕਿ ਲੋਕ ਜੁੜਨ, ਸਿੱਖੀ ਜੁੜਨ। ਔਰ ਕੌਣ ਰੋਕ ਰਿਹਾ? ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ। ਜੀ। ਸਮੇਂ-ਸਮੇਂ ਦੇ ਉੱਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਾਂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਨੂੰ ਲੈ ਕੇ ਜੋ ਸਮਾਗਮ ਹੁੰਦੇ ਨੇ ਵੱਡੇ ਪੱਧਰ ਤੇ ਮਨਾਏ ਜਾਂਦੇ ਨੇ। 22 ਸਤੰਬਰ ਦੇ ਲਈ ਵੀ ਤੁਹਾਡੇ ਵੱਲੋਂ ਇੱਕ ਵੱਡੀ ਇਨਵੀਟੇਸ਼ਨ ਦਿੱਤਾ ਗਿਆ ਸੀ ਕਿ ਸਿੱਖ ਸੰਗਤ ਆਏ ਕੋਰੀਡੋਰ ਪਾਰ ਕਰਕੇ ਤੇ ਅਸੀਂ ਖੁਸ਼ਾਮਦੀਦ ਕਵਾਂਗੇ, ਕਿਉਂ ਨਾ ਅਸੀਂ ਰਲ ਕੇ ਗੁਰੂ ਨਾਨਕ ਦੇਵ ਜੀ ਦੇ ਹਰ ਇੱਕ ਦਿਨ ਨੂੰ ਮਨਾਈਏ। ਉਸ ਵੇਲੇ ਤੁਹਾਡੀ ਉਮੀਦਾਂ ਦੇ ਮੁਤਾਬਕ ਸੰਗਤ ਪਹੁੰਚ ਪਾਈ? ਕੋਰੀਡੋਰ ਦਾ ਹੀ ਰੋਲਾ ਸੀ ਸਾਰਾ ਤੇ ਉਸ ਵਕਤ ਵੀ ਕੋਵਿਡ-19 ਦਾ ਰੋਲਾ ਸੀ। ਔਰ ਅਸੀਂ ਤੇ ਹਮੇਸ਼ਾ ਉਡੀਕ ਕਰਦੇ ਹਾਂ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸੀ, ਗਵਰਨਮੈਂਟ ਨੂੰ ਪਾਕਿਸਤਾਨ ਨੇ ਸਪੈਸ਼ਲੀ ਪਰਸਨਲੀ ਅਟੈਚਮੈਂਟ ਕਰਕੇ, ਹਾਲਾਂਕਿ ਉਹਨਾਂ ਦੇ ਆਪਣੀ ਮਸਜਿਦ ਦੇ ਬੰਦ ਸਨ, ਖਾਨਾ ਕਾਬਾ ਦਾ ਉਹਨਾਂ ਦੇਖੂ ਬੰਦ ਸੀਗਾ, ਲੇਕਿਨ ਉਹਨੇ ਪਰਸਨਲ ਸਿੱਖ ਕੌਮ ਵਾਸਤੇ ਕੁਰਬਾਨੀ ਕੀਤੀ ਕਿ ਚਲੋ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੇ ਉਹਨਾਂ ਨੂੰ ਇਹ ਗਿਫਟ ਦੇ ਦਿਓ ਕਿ ਕਰਤਾਰਪੁਰ ਕੋਰੀਡੋਰ ਖੋਲ ਦਿੱਤਾ ਜਾਵੇ। ਜੀ। ਸਾਡੀ ਅਨਾਉਂਸਮੈਂਟ ਸਿੱਖ ਸੰਗਤਾਂ ਵਾਸਤੇ ਉਸ ਦਿਨ ਸੀ, ਬਿਲਕੁਲ, ਪਰ ਫਿਰ ਵੀ ਸੰਗਤ ਨਹੀਂ ਆ ਰਹੀ। ਅਸੀਂ ਰੋਜ਼ ਉਡੀਕ ਕਰਦੇ ਹਾਂ। 9 ਨਵੰਬਰ ਨੂੰ ਅਸੀਂ ਫਸਟ ਐਨੀਵਰਸਰੀ ਆਫ ਕੋਰੀਡੋਰ ਮਨਾਉਣ ਜਾ ਰਹੇ ਹਾਂ। ਅਸੀਂ ਉਸ ਟਾਈਮ ਵੀ ਉਡੀਕ ਕਰਾਂਗੇ ਆਪਣੀ ਸੰਗਤਾਂ ਵਾਸਤੇ। ਸਾਡੇ ਦਿਲਾਂ ਵਿੱਚ ਔਰ ਤੁਹਾਡੇ ਰਾਹੀਂ, ਅੱਗੇ ਜਾਂ ਪਿੱਛੇ ਦਾ ਮੈਨੂੰ ਨਹੀਂ ਪਤਾ, ਪਰ ਜਦੋਂ ਤੱਕ ਗੁਰੂ ਨਾਨਕ ਪਾਤਸ਼ਾਹ ਨੇ ਮੈਨੂੰ ਸੇਵਾ ਬਖਸ਼ੀ ਹੈ, ਮੈਂ ਪੀਸ ਔਰ ਸ਼ਾਂਤੀ ਦੀ ਗੱਲ ਕਰਾਂਗਾ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੈ। ਭਾਵੇਂ ਇੰਡੀਆ ਸਾਡੇ ਉੱਤੇ ਜਿੰਨੇ ਮਰਜ਼ੀ ਪ੍ਰੋਪੇਗੈਂਡੇ ਕਰਨ, ਅਸੀਂ ਫਿਰ ਵੀ ਕਹਾਂਗੇ ਕਿ ਆਪਣੇ ਸਿੱਖ ਸੰਗਤਾਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ, ਹਰ ਇਨਸਾਨ ਨੂੰ ਸਾਡੀ ਦਰ ਤੇ ਆਉਣ ਦੀ ਇਜਾਜ਼ਤ ਦਿਓ ਤਾਂ ਕਿ ਇੱਕ ਖੁੱਲੇ ਦਰਸ਼ਨ ਦੀਦਾਰੇ ਕਰ ਸਕਣ। ਬਿਲਕੁਲ। ਇੱਕ ਹੋਰ ਮਸਲੇ ਦੇ ਉੱਤੇ ਤੁਸੀਂ ਥੋੜੇ ਆਪਣੇ ਵਿਚਾਰ ਸਾਂਝੇ ਕਰੋ ਕਿ ਜਿਸ ਵੇਲੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਘਰਾਂ ਦੇ ਵਿੱਚ ਧੀਆਂ ਦੀ ਗੱਲ ਆਉਂਦੀ ਹੈ, ਅਗਵਾ ਕਰ ਲਿੱਤਾ ਗਿਆ, ਧਰਮ ਪਰਿਵਰਤਨ ਦੇ ਲਈ ਦਬਾਅ ਪਾਇਆ ਗਿਆ, ਇਹਨਾਂ ਖਬਰਾਂ ਨੂੰ ਭਾਵੇਂ ਘਰ ਦੇ ਆਪਸੀ ਮਸਲੇ ਹੋਣ, ਭਾਵੇਂ ਮਹੱਲੇਦਾਰੀ ਦੇ ਮਸਲੇ ਹੋਣ, ਭਾਵੇਂ ਮਸਲੇ ਇੱਕ ਕਮਰੇ ਦੇ ਵਿੱਚ ਬਹਿ ਕੇ ਸੁਲਝਾਉਣ ਵਾਲੇ ਹੋਣ, ਲੇਕਿਨ ਜਿਸ ਵੇਲੇ ਕਈ ਅਜਿਹੇ ਮੀਡੀਆ ਹਾਊਸਿਸ ਨੇ ਜਿਸ ਵੇਲੇ ਤੂਲ ਦੇ ਕੇ ਖਬਰ ਨੂੰ ਅੱਗ ਵਾਂਗ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਉਸ ਵੇਲੇ ਅਜਿਹਾ ਮਹਿਸੂਸ ਹੁੰਦਾ ਹੈ ਕਿ ਉਹ ਇੱਕ ਸਿੱਖ ਨੂੰ ਸਿੱਖ ਭਾਰਤੀ ਤੇ ਸਿੱਖ ਪਾਕਿਸਤਾਨੀ ਵੰਡ ਕੇ ਵੇਖਣ ਦੀ ਕੋਸ਼ਿਸ਼ ਕਰਦੇ ਨੇ? ਮੈਂ ਤੇ ਤੁਹਾਨੂੰ ਪਹਿਲੇ ਹੀ ਕਿਹਾ ਸੀਗਾ, ਕੋਈ ਵੀ ਇਸ਼ੂ ਹੋਵੇ, ਛੋਟਾ ਵੱਡਾ ਕੋਈ ਵੀ ਇਸ਼ੂ ਉਹਨਾਂ ਨੇ ਚੱਕਣਾ ਹੈ, ਕਿਉਂਕਿ ਗੱਲ ਪਾਕਿਸਤਾਨ ਦੀ ਹੈ। ਜੀ। ਗੱਲ ਪਾਕਿਸਤਾਨ ਦੀ ਹੈ ਔਰ ਗੱਲ ਪਾਕਿਸਤਾਨ ਵਿੱਚ ਰਹਿਣ ਲਈ ਸਿੱਖਾਂ ਦੀ ਹੈ। ਜੀ। ਭਾਵੇਂ ਉਹ ਕੁੜੀਆਂ ਦਾ ਮਸਲਾ ਹੋਵੇ, ਭਾਵੇਂ ਗੁਰਦਾਮਾ ਸਾਹਿਬ ਦਾ ਮਸਲਾ ਹੋਵੇ, ਕੁਝ ਵੀ ਹੋ ਨਾ ਚੱਕਣਾ ਹੈ। ਔਰ ਅਗਰ ਪਾਕਿਸਤਾਨ ਵੇਖੇ ਕੋਈ ਫੋਰਸ ਕਨਵਰਸੇਸ਼ਨ ਦਾ ਮਸਲਾ ਹੁੰਦਾ ਵੀ ਹੈ ਨਾ, ਇਨਸਾਨ ਨੂੰ ਆਪਣੇ ਅੰਦਰ ਝਾਕਣਾ ਪੈਂਦਾ। ਜੀ। ਉਹ ਕਰ ਨਹੀਂ ਹੁੰਦਾ ਜਿਹਦੇ ਵਿੱਚ ਤੁਹਾਨੂੰ ਬਰਤਨ ਦੀ ਆਵਾਜ਼ ਨਹੀਂ ਆਏਗੀ। ਠੀਕ ਹੈ। ਹਾਂ, ਜਿੱਥੇ ਲੱਗੇ ਮਸਲਾ ਹੈ ਔਰ ਉਹਦੇ ਵਿੱਚ ਸਾਡੀ ਬੱਚੀ ਦਾ, ਸਾਡੇ ਪਰਿਵਾਰ ਦਾ ਕੋਈ ਗਲਤੀ ਨਹੀਂ ਹੈ ਤਾਂ ਗਵਰਨਮੈਂਟ ਪਾਕਿਸਤਾਨ ਨੇ ਸਾਥ ਦਿੱਤਾ ਜੀ ਹਮੇਸ਼ਾ। ਲੇਕਿਨ ਸਾਰੀ ਚੀਜ਼ਾਂ ਨੂੰ ਦੇਖ ਕੇ ਪਹਿਲੇ ਆਪਣੇ ਆਪ ਨੂੰ ਠੀਕ ਕਰਨਾ ਚਾਹੀਦਾ। ਜਦੋਂ ਜਿਵੇਂ ਅਸੀਂ ਪਰਵਰਿਸ਼ ਕਰਾਂਗੇ, ਜਿਵੇਂ ਅਸੀਂ ਹੁਣ ਬੱਚਿਆਂ ਨੂੰ ਮਾਹੌਲ ਦੇਵਾਂਗੇ, ਉਹਦੇ ਮੁਤਾਬਿਕ ਹੀ ਹੋਣਾ। ਕੋਈ ਕੁਝ ਨਹੀਂ ਕਰ ਸਕਦਾ। ਤੁਸੀਂ ਅਗਰ 1% ਕਿਸੇ ਨੂੰ ਚਾਂਸ ਦੇਵੋਗੇ, ਉਹਨੇ ਤੁਹਾਡੇ ਕੋਲ 2% ਚਾਂਸ ਮੰਗਣੇ ਨੇ। ਜੀ। ਔਰ ਹਮੇਸ਼ਾ ਦੀ ਤਰ੍ਹਾਂ ਤੁਹਾਡੀ ਰਾਹੀਂ ਪਿਛਲੇ 3-4 ਹਫ਼ਤੇ ਪਹਿਲੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਇੱਕ ਫੈਮਿਲੀ ਨਾਲ ਇੱਕ ਮਸਲਾ ਹੋਇਆ ਸੀ। ਜੀ। ਠੀਕ ਹੈ। ਔਰ ਉਹਦੇ ਵਿੱਚ ਜ਼ਿਆਦਾਤਰ ਮਸਲਾ ਕੁਝ ਇੱਕ ਇੰਡੀਵਿਜੂਅਲੀ ਫੈਮਿਲੀ ਨੇ ਇੱਕ ਮਸਲਾ ਕ੍ਰੀਏਟ ਕੀਤਾ। ਬੇਸ਼ੱਕ ਉਹ ਮੁਸਲਿਮ ਹੋਣ, ਲੇਕਿਨ ਅਸੀਂ ਇੱਕ ਫੈਮਿਲੀ ਨੂੰ ਲੈ ਕੇ ਸਾਰੀ ਕੌਮ ਨੂੰ ਤੇ ਬਦਨਾਮ ਨਹੀਂ ਕਰ ਸਕਦੇ। ਸਾਡੇ ਸਿੱਖ ਕੌਮ ਵਿੱਚ, ਇੰਡੀਆ ਵਿੱਚ ਬੈਠੇ ਵੀ ਕਿੰਨੇ ਸਿੱਖ ਲੋਕ ਨੇ, ਕਿੰਨੇ ਵੱਡੇ ਸਿੱਖ ਜਥੇਬੰਦੀਆਂ ਨੇ ਜਿਹੜੇ ਗਲਤ ਨੇ, ਜਿਹੜੇ ਸਿੱਖੀ ਨੂੰ ਜੜ੍ਹਾਂ ਤੋਂ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਕਿ ਸਾਡੀ ਸਿੱਖ ਕੌਮ ਫਿਰ ਗਲਤ ਹੈ। ਜੀ। ਉਹ ਬੱਚੀ
ਜਾ ਕੇ ਗਵਰਨਮੈਂਟ ਪਾਕਿਸਤਾਨ ਦੇ ਅਦਾਰਿਆਂ ਨੂੰ ਵਾਪਸ ਆਪਣੇ ਉਹਨਾਂ ਨੂੰ ਸੌਂਪ ਦਿੱਤੀ, ਜੀ ਕਿਉਂਕਿ ਉਸ ਵਕਤ ਬੱਚੀ ਦੀ ਗਲਤੀ ਨਹੀਂ ਸੀ, ਉਸ ਬੱਚੀ ਦਾ ਬਿਆਨ ਸੀ ਕਿ ਮੈਨੂੰ ਜ਼ਬਰਦਸਤੀ ਲੈ ਕੇ ਆਏ ਸੀ। ਜੀ। ਤੇ ਜਦੋਂ ਜ਼ਬਰਦਸਤੀ ਕੋਈ ਲੈ ਕੇ ਗਿਆ ਤੇ ਉਹਨਾਂ ਅਦਾਰਿਆਂ ਨੇ ਵਾਪਸ ਆਪਣੀ ਮਾਪਿਆਂ ਨੂੰ ਵਾਪਸ ਬੱਚੀ ਹਮੇਸ਼ਾ ਇਹ ਵੇਖਿਆ ਜਾਂਦਾ ਹੈ ਕਿ ਭਾਵੇਂ ਕੋਈ ਘਟਨਾ ਵਾਪਰੇ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਨਾਲ, ਉਸ ਨੂੰ ਇਹ ਜੋੜ ਕੇ ਵੇਖਿਆ ਜਾਂਦਾ ਕਿ ਜੀ ਅਫਗਾਨਿਸਤਾਨ ਦੇ ਹਾਲਾਤ ਕਿਹੋ ਜਿਹੇ ਨੇ, ਪਾਕਿਸਤਾਨ ਦੇ ਹਾਲਾਤ ਕਿਹੋ ਜਿਹੇ ਨੇ, ਸੁਰੱਖਿਅਤ ਥਾਂ ਹੈ ਤਾਂ ਉਹ ਸਿਰਫ ਤੇ ਸਿਰਫ ਭਾਰਤ। ਜਿਸ ਵੇਲੇ ਇਸ ਪ੍ਰੋਪੇਗੈਂਡਾ ਦੇ ਨਾਲ ਅਪਰੋਚ ਕੀਤੀ ਜਾਂਦੀ ਹੈ ਪੀੜਤ ਪਰਿਵਾਰਾਂ ਤੱਕ, ਉਸ ਵੇਲੇ ਥੋੜਾ ਮਨ ਉਦਾਸ ਜ਼ਰੂਰ ਹੁੰਦਾ ਹੈ ਕਿ ਹਾਂ ਕਿ ਅਸੀਂ ਹੀ ਪੋਲਿਟਿਕਸ ਕਰਨ ਦੇ ਲਈ ਬਚ ਗਏ ਹਾਂ। ਤੁਹਾਡੇ ਸਿਆਸੀ ਜੋ ਵੀ ਪ੍ਰੋਫਿਟੇਬਲ ਤੁਹਾਡੇ ਲਈ ਹੋਏ, ਤੁਹਾਡੇ ਸਿਆਸੀ ਮੁਨਾਫੇ ਜੋ ਵੀ ਹੋਣ, ਉਹ ਤੁਸੀਂ ਇੱਕ ਪਾਸੇ ਰੱਖ ਕੇ ਕਦ ਘੱਟ ਗਿਣਤੀਆਂ ਨੂੰ ਆਪਣੇ ਵਰਗਾ ਦਰਜਾ ਦੋਗੇ ਕਿ ਹਾਂ ਅਸੀਂ ਤਾਂ ਤੁਸੀਂ ਬਰਾਬਰ ਹੀ ਹਾਂ। ਭਾਈ ਸਾਹਿਬ, ਕੁਝ ਚੰਦ ਲੋਕ ਨੇ ਜਿਹੜੇ ਡੇਲੀ ਬੇਸਿਸ ਤੇ ਉਹਨਾਂ ਨੂੰ ਚਾਹੀਦਾ ਹੈ ਕੋਈ ਟੇਸਟ, ਕੋਈ ਟਵਿਸਟ ਚਾਹੀਦਾ ਨੇ ਕਿ ਉਹਨਾਂ ਨੂੰ ਕੁਝ ਮਿਲੇ ਪਾਕਿਸਤਾਨ ਦੇ ਖਿਲਾਫ। ਜੀ। ਮੈਂ ਤੇ ਹਮੇਸ਼ਾ ਹਰ ਬੰਦੇ ਨੂੰ ਕਹਿੰਦਾ, ਤੁਸੀਂ ਕੰਪੈਰੀਜ਼ਨ ਕਰਨ ਬੈਠ ਜਾਓ, ਤੁਸੀਂ ਇੱਕ ਪੋਲ ਕਰਾ ਲਓ ਜੀ। ਕਿ ਸਾਡਾ ਗੁਰ ਖੁਸ਼ ਹੈ, ਕਿੱਥੇ ਸੰਪੂਰਨ ਹੈ ਸਿੱਖ ਸਾਡਾ, ਜੀ। ਸੰਪੂਰਨ ਸਿੱਖ ਤੁਹਾਨੂੰ ਕਿੱਥੇ ਮਿਲੇਗਾ? ਬਿਲਕੁਲ। ਅੰਮ੍ਰਿਤਧਾਰੀ ਮੈਜੋਰਿਟੀ ਸਿੱਖ ਤੁਹਾਨੂੰ ਕਿੱਥੇ ਮਿਲਣਗੇ? ਜੀ। ਕੋਈ ਆਪਣੀ ਮਰਜ਼ੀ ਨਾਲ ਸਿੱਖ ਰਹਿਤ ਮਰਿਆਦਾ ਵਿੱਚ ਕਿੱਥੇ ਰਹਿਣ ਵਾਲਾ ਤੁਹਾਨੂੰ ਮਿਲੇਗਾ? ਜੀ। ਤੁਹਾਨੂੰ ਸਿਰਫ ਤੁਸੀਂ ਆ ਕੇ ਇੱਕ ਵਾਰੀ ਤੁਸੀਂ ਆਪ ਆ ਕੇ ਪਾਕਿਸਤਾਨ ਵਿਜ਼ਿਟ ਕਰ ਲਓ, ਜੀ। ਤੁਹਾਨੂੰ ਬੜੀ ਖੁਸ਼ੀ ਹੋਏਗੀ, ਤੁਹਾਨੂੰ ਲੋਕਾਂ ਦੇ ਚਿਹਰੇ ਨਜ਼ਰ ਆਣਗੇ ਕਿ ਕਿਵੇਂ ਉਹਨਾਂ ਦੇ ਚਿਹਰੇ ਖਿਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਆਰਾ। ਬਿਲਕੁਲ। ਠੀਕ ਹੈ। ਜਿਹੜੀ ਸੰਗਤ ਮੁੜ ਕੇ ਆਂਦੀ ਹੈ ਉਹ ਤਾਂ ਲੱਭਦੀ ਹੈ ਕਿ ਮੈਂ ਬਹਿ ਕੇ ਕਿਸੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਾਂ, ਮੈਂ ਕਿਸੇ ਨੂੰ ਆਪਣੀ ਦਿਲ ਦੀ ਗੱਲ ਕਰਾਂ ਕਿ ਹਾਂ ਸਾਡਾ ਐਕਸਪੀਰੀਅੰਸ ਕਿੰਨਾ ਵਧੀਆ ਰਿਹਾ। ਬਹਿਰਹਾਲ ਆਖਰੀ ਤੁਹਾਡੇ ਸ਼ਬਦ ਜਿਸ ਦੇ ਨਾਲ ਅਸੀਂ ਸਮਾਪਤੀ ਕਰਾਂਗੇ, ਦਰਸ਼ਕਾਂ ਨੂੰ, ਦੇਸ਼ ਵਿਦੇਸ਼ ਦੇ ਵਿੱਚ ਬੈਠੀ ਸਿੱਖ ਸੰਗਤ ਨੂੰ ਅਜਿਹੀਆਂ ਖਬਰਾਂ ਤੋਂ ਸੁਚੇਤ ਵੀ ਰਹਿਣਾ ਚਾਹੀਦਾ ਹੈ ਤੇ ਅਪਡੇਟ ਰਹਿਣਾ ਵੀ ਬੇहद ਜ਼ਰੂਰੀ ਹੈ, ਕਿਉਂਕਿ ਅਜਿਹੀਆਂ ਫੇਕ ਨਿਊਜ਼ ਦਾ ਜਾਲ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਸਮੇਂ ਦੇ ਵਿੱਚ ਵੱਧ ਚੁੱਕਾ ਹੈ। ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਨੂੰ ਕੀ ਕੁਝ ਕਹਿਣਾ ਚਾਹੋਗੇ? ਜੀ, ਮੈਂ ਸਿਰਫ ਸ਼ਾਰਟਕਟਲੀ ਨਾ ਇੱਕ ਚੀਜ਼ ਕਹਿਣਾ ਚਾਹੁੰਦਾ ਕਿ ਦੁਨੀਆ ਭਰ ਦਾ ਸਿੱਖ ਨੂੰ ਨਾ ਇਕਮੁੱਠ ਹੋਣਾ ਚਾਹੀਦਾ ਹੈ ਜੀ। ਔਰ ਅਸੀਂ ਇਕਮੁੱਠ ਹੋਵਾਂਗੇ ਤੇ ਸਿੱਖ ਕੌਮ ਤਰੱਕੀ ਕਰੇਗੀ, ਚਾਹੇ ਉਹ ਪਾਕਿਸਤਾਨ ਦਾ ਸਿੱਖ ਹੋਵੇ, ਚਾਹੇ ਅਮਰੀਕਾ ਦਾ ਸਿੱਖ ਹੋਵੇ, ਚਾਹੇ ਇੰਡੀਆ ਦਾ ਸਿੱਖ ਹੋਵੇ। ਸਾਨੂੰ ਇੱਕ ਮੁੱਠ ਹੋ ਕੇ ਬਗੈਰ ਕਿਸੇ ਸਿਆਸਤ ਤੋਂ ਸਿੱਖ ਕੌਮ ਦੀ ਸੇਵਾ ਕਰਨੀ ਚਾਹੀਦੀ ਹੈ। ਸਿੱਖ ਕੌਮ ਸ਼ਹਾਦਤਾਂ ਤੋਂ ਭਰੀ ਪਈ ਹੈ, ਉਹਨਾਂ ਦਾ ਅਸੀਂ ਸ਼ਰਧਾ ਦੇ ਪੁੱਲ ਅਸੀਂ ਐਵੇਂ ਪੇਟ ਕਰ ਸਕਦੇ ਹਾਂ ਕਿ ਜਿਵੇਂ ਅਸੀਂ ਇੱਕ ਹੋ ਕੇ ਸਿੱਖ ਸੰਗਤਾਂ ਦੀ ਸੇਵਾ ਕਰੀਏ। ਦੂਜੀ ਗੱਲ, ਲਾਸਟ, ਜਦੋਂ ਤੁਹਾਨੂੰ ਲੱਗੇ ਕਿ ਪਾਕਿਸਤਾਨ 'ਚ ਕੁਝ ਗੜਬੜ ਹੋ ਰਹੀ ਹੈ ਜਾਂ ਕੋਈ ਮਸਲੇ, ਤੁਸੀਂ ਪਲੀਜ਼ ਇੱਕ ਵਾਰੀ ਕੰਪੈਰੀਜ਼ਨ ਕਰਕੇ ਦੇਖੋ ਕਿ ਕਿੱਥੇ ਤੁਹਾਨੂੰ ਸਿੱਖੀ ਜ਼ਿਆਦਾ ਨਜ਼ਰ ਆਏਗੀ, ਕਿੱਥੇ ਗੁਰਦਾਮਾਂ ਦੀ ਸੇਵਾ ਜ਼ਿਆਦਾ ਹੁੰਦੀ ਜੀ। ਸਤਵੰਤ ਸਿੰਘ ਜੀ, ਤੁਹਾਡਾ ਧੰਨਵਾਦ ਕਰਦੇ ਹਾਂ। ਕਾਫੀ ਸ਼ਾਰਟ ਨੋਟਿਸ ਦੇ ਉੱਤੇ ਤੁਸੀਂ ਆਪਣਾ ਸਮਾਂ ਦਿੱਤਾ, ਇਸ ਵਿਸ਼ੇ ਦੇ ਉੱਤੇ ਤੁਸੀਂ ਆਪਣੇ ਵਿਚਾਰ ਰੱਖੇ। ਤੁਹਾਡੇ ਤੋਂ ਹੁਣ ਇਜਾਜ਼ਤ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਵਧਦੇ ਹਾਂ ਤੇ ਹੁਣ ਦਰਸ਼ਕਾਂ ਨੂੰ ਅਸੀਂ ਇਹ ਜਾਣਕਾਰੀ ਦੇ ਦਈਏ ਕਿ ਜਿਸ ਵੇਲੇ ਇਹ ਖਬਰ ਨੇ ਪੂਰਨ ਤਰੀਕੇ ਦੇ ਨਾਲ ਜ਼ੋਰ ਫੜਿਆ ਸੀ, ਉਸ ਵੇਲੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਗੱਲ ਸਾਫ਼ ਕੀਤੀ ਗਈ ਕਿ ਇਹਨਾਂ ਖਬਰਾਂ ਨੂੰ ਭੁੱਲ ਜਾਓ, ਪੜੋ ਨਾ, ਕਿਉਂਕਿ ਅਸਲੀਅਤ ਇਹ ਹੈ ਕਿ ਇਸ ਵੇਲੇ ਪਾਕਿਸਤਾਨ ਦੇ ਵਿੱਚ ਕੁਝ ਅਜਿਹਾ ਵਾਪਰ ਨਹੀਂ ਰਿਹਾ। ਸਾਰੇ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੈ, ਯਾਨੀ ਕਿ ਪਾਕਿਸਤਾਨੀ ਸਿੱਖਾਂ ਦੇ ਹੱਥ ਦੇ ਵਿੱਚ ਗੁਰਦੁਆਰਾ ਦੀ ਸਾਂਭ ਸੰਭਾਲ ਹੈ। ਇਹ ਬਿਆਨ ਸੁਣੋ ਤੇ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਬੰਧਕ ਕਮੇਟੀ ਕੱਲ ਰੋਜ਼ ਤੋਂ ਇੰਡੀਅਨ ਮੀਡੀਆ ਦੇ ਵਿੱਚ ਅਤੇ ਸੋਸ਼ਲ ਮੀਡੀਆ ਦੇ ਵਿੱਚ ਇੱਕ ਖਬਰ ਗਰਦਿਸ਼ ਕਰ ਰਹੀ ਹੈ ਕਿ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਸਿੱਖ ਗੁਰਦੁਆਰੇ ਪ੍ਰਬੰਧਕ ਕਮੇਟੀ ਤੋਂ ਸਾਰੇ ਅਧਿਕਾਰ, ਸਾਰੀਆਂ ਸੇਵਾਵਾਂ ਵਾਪਸ ਲੈ ਲਈਆਂ ਹਨ ਤੇ ਹੁਣ ਪਾਕਿਸਤਾਨ ਦੇ ਵਿੱਚ ਸਾਰੀਆਂ ਸੇਵਾਵਾਂ, ਪਾਕਿਸਤਾਨ ਸਰਕਾਰ ਨੇ ਇੱਕ 9 ਮੈਂਬਰੀ ਇੱਕ ਕਮੇਟੀ ਬਣਾਈ ਹੈ, ਉਹ ਸਾਰੀਆਂ ਸੇਵਾਵਾਂ ਨਿਭਾਉਣਗੇ। ਔਰ ਇਹ ਇਤਰਾਜ਼ ਕੀਤਾ ਜਾ ਰਿਹਾ ਕਿ ਜੀ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਕੋਈ ਇਖਤਿਆਰ ਨਹੀਂ, ਸਾਰੀਆਂ ਸੇਵਾਵਾਂ ਹੁਣ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਰਹੀਆਂ। ਮੈਂ ਇਸ ਖਬਰ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੀ ਅਸੀਂ ਜਿੰਨੀ ਨਿਖੇਧੀ ਕਰੀਏ ਉਹ ਘੱਟ ਹੈ ਔਰ ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਪਾਕਿਸਤਾਨ ਦੇ ਵਿੱਚ ਜਿੰਨੇ ਗੁਰਧਾਮ ਹਨ, ਉਹ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ, ਜਿੰਨੇ ਸਾਡੇ ਗੁਰਧਾਮ ਹਨ, ਉਹਨਾਂ ਦੀ ਸੇਵਾ ਸੰਭਾਲ ਪਹਿਲੇ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਸੀ ਔਰ ਹੁਣ ਵੀ ਕਰਦੀ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਜੋ ਸਾਡੇ ਰਹਿਤ ਮਰਿਆਦਾ ਦੇ ਮੁਤਾਬਕ ਜਿੰਨੀਆਂ ਸਾਡੀਆਂ ਸੇਵਾਵਾਂ ਹਨ, ਉਹਦੇ ਵਿੱਚ ਸਾਡੇ ਦੀਵਾਨ ਤੋਂ ਲੈ ਕੇ ਲੰਗਰ ਤੱਕ ਸਾਰਾ ਸਭ ਜੋ ਹੈ ਉਹ ਰਹਿਤ ਮਰਿਆਦਾ ਦੇ ਮੁਤਾਬਕ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ
ਔਰ ਸਿੱਖਾਂ ਦੇ ਹੱਥ ਵਿੱਚ ਹੈ। ਜਿਹੜੇ ਲੋਕ ਇਹ ਮਨਫੀ ਪ੍ਰੋਪੇਗੈਂਡਾ ਕਰਦੇ ਹਨ, ਮੈਂ ਉਹਨਾਂ ਨੂੰ ਕਹਿਣਾ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਕਿਉਂ ਕਿ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਦਾ ਖੋਲ੍ਹਿਆ ਕਰੋਨਾ ਤੋਂ ਬਾਅਦ, ਤੁਸੀਂ ਇਸ ਲਾਂਘੇ ਬਾਰੇ ਇੱਕ ਸ਼ਬਦ ਨਹੀਂ ਬੋਲਿਆ ਕਿ ਇਹ ਲਾਂਘਾ ਪਾਕਿਸਤਾਨ ਨੇ ਪਹਿਲੇ 29 ਜੂਨ ਨੂੰ ਖੋਲ੍ਹਿਆ, ਫਿਰ 2 ਅਕਤੂਬਰ ਨੂੰ ਸੰਗਤਾਂ ਵਾਸਤੇ ਖੋਲ੍ਹਿਆ। ਤੁਹਾਡੇ ਵਿੱਚ ਇੰਨੀ ਜ਼ਰੂਰਤ ਹੈ ਕਿ ਤੁਸੀਂ ਇਹ ਆਪਣੇ ਮੀਡੀਆ ਰਾਹੀਂ ਹਿੰਦੁਸਤਾਨ ਦੀ ਸਰਕਾਰ 'ਤੇ ਦਬਾਅ ਪਾਓ, ਸ਼੍ਰੋਮਣੀ ਕਮੇਟੀ ਨੂੰ ਕਹੋ ਕਿ ਬਈ ਇਹ ਲਾਂਘਾ ਹਿੰਦੁਸਤਾਨ ਦੀ ਧਰਤੀ 'ਤੇ ਜਿਹੜੀਆਂ ਸੰਗਤਾਂ ਬੈਠੀਆਂ ਸਨ ਉਹਨਾਂ ਵਾਸਤੇ ਖੋਲ੍ਹਿਆ ਗਿਆ ਸੀ। ਤੁਸੀਂ ਕਰੋਨਾ ਦੇ ਪਿੱਛੇ ਲੁੱਕ ਕੇ ਤੇ ਜੀ ਕਰੋਨਾ ਕਰਕੇ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੋਲ੍ਹ ਰਹੇ। ਕੀ ਪਰਸੋਂ ਚੌਥ ਜਿਹੜਾ ਗੁਰਪੁਰਬ ਮਨਾਇਆ ਗਿਆ ਸ੍ਰੀ ਦਰਬਾਰ ਸਾਹਿਬ, ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਉੱਥੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਨਹੀਂ ਪਹੁੰਚੀਆਂ। ਕੀ ਕਰੋਨਾ ਸਿਰਫ ਕਰਤਾਰਪੁਰ ਸਾਹਿਬ ਕੋਰੀਡੋਰ ਤੱਕ ਮਹਿਦੂਦ ਹੈ? ਹਾਲਾਂਕਿ ਪਾਕਿਸਤਾਨ ਦੇ ਵਿੱਚ ਇਹਦੀ ਸ਼ਬਦ ਬਹੁਤ ਘੱਟ ਹੈ ਔਰ ਅਸੀਂ ਵਾਰ-ਵਾਰ ਇਹ ਬੇਨਤੀ ਕਰ ਰਹੇ ਕਿ ਅਸੀਂ ਤੁਹਾਡੇ ਵਾਸਤੇ ਹਰ ਤਰ੍ਹਾਂ ਦੇ ਜੋ ਕਰੋਨਾ ਸੰਬੰਧ ਵਿੱਚ SOPs ਨੇ ਉਹਦਾ ਅਸੀਂ ਪ੍ਰਬੰਧ ਕਰਾਂਗੇ। ਇਹਦੇ ਬਾਵਜੂਦ ਤੁਸੀਂ ਇਹ ਲਾਂਘੇ ਰਹੀ ਅਜੇ ਤੱਕ ਸਾਡੇ ਕੋਲ ਸੰਗਤ ਨਹੀਂ ਆਈ। ਅਸੀਂ 9 ਤਰੀਕ ਨੂੰ ਇਹਦੇ ਪਹਿਲੇ ਸਾਲ ਦੇ ਮੌਕੇ ਦੇ ਉੱਤੇ ਇੱਕ ਸੈਮੀਨਾਰ ਆਰਗੇਨਾਈਜ਼ ਕਰ ਰਹੇ ਹਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜੀਵਨ ਦੇ ਉੱਤੇ। ਅਸੀਂ ਫਿਰ ਪਿਛਲੇ ਦਿਨ ਹੀ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਸੰਗਤਾਂ ਆਓ। ਉਹਦੇ ਬਾਰੇ ਤੁਸੀਂ ਕਦੀ ਇੱਕ ਸ਼ਬਦ ਨਹੀਂ ਬੋਲਿਆ, ਇੱਕ ਅੱਖਰ ਨਹੀਂ ਲਿਖਿਆ। ਤੁਹਾਨੂੰ ਸਿਰਫ ਹਮੇਸ਼ਾ ਨੈਗੇਟਿਵ ਪੁਆਇੰਟ ਤੁਸੀਂ ਲੱਭਦੇ ਰਹਿੰਦੇ ਹੋ। ਮੈਂ ਇਹ ਚੀਜ਼ ਸਪਸ਼ਟ ਕਰ ਦੇਵਾਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਇੰਡੀਪੈਂਡੈਂਟ ਕਮੇਟੀ ਹੈ, ਇਹ ਬਾਇਖਤਿਆਰ ਕਮੇਟੀ ਹੈ ਔਰ ਸਾਡੀ ਸਰਕਾਰ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਸਾਡੇ ਕੰਧ ਪਿੱਛੇ ਖੜੀ ਹੈ। ਜੋ ਸਾਡੇ ਧਾਰਮਿਕ ਮਾਮਲਾਤ ਨੇ ਨਾ ਉਹਨਾਂ ਨੇ ਪਹਿਲੇ ਮੁਦਾਖਲਤ ਕੀਤੀ ਸੀ, ਨਾ ਹੁਣ ਕਰ ਰਹੀ ਹੈ ਔਰ ਨਾ ਕਰੇਗੀ ਔਰ ਨਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਦੇਗੀ, ਕਿਉਂਕਿ ਅਸੀਂ ਕਸਟੋਡੀਅਨ ਹਾਂ ਇਹਨਾਂ ਗੁਰਤਾਮਾਂ ਦੇ। ਜਿਹੜੇ ਤੁਸੀਂ ਇਹ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਹੋ, ਇਹਨਾਂ ਨੂੰ ਛੱਡ ਕੇ ਤੁਸੀਂ ਕਰਤਾਰਪੁਰ ਸਾਹਿਬ ਦੇ ਲਾਂਘੇ ਵਾਸਤੇ ਕੁਝ ਕਰੋ, ਕਿਉਂਕਿ ਸੰਗਤਾਂ ਉਡੀਕ ਰਹੀਆਂ ਹਨ। ਸਾਡੀ 72 ਸਾਲ ਦੀਆਂ ਅਰਦਾਸਾਂ ਹਨ, ਉਹਦੇ ਬਾਰੇ ਤੁਸੀਂ ਇੱਕ ਸ਼ਬਦ ਤੁਹਾਡੇ ਮੂੰਹ ਚੋਂ ਨਹੀਂ ਨਿਕਲਦਾ। ਤੁਸੀਂ ਨੈਗੇਟਿਵ ਪ੍ਰੋਪੇਗੈਂਡਾ ਕਰਦੇ ਰਹਿੰਦੇ ਹੋ। ਅਸੀਂ ਤਾਂ ਕਹਿੰਦੇ ਹਾਂ ਸਾਡੀ ਸਰਕਾਰ ਨੇ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੇ ਆਪਣੀ ਗਲਵਕੜੀ ਵਿੱਚ ਲੈਣ ਵਾਸਤੇ ਬਾਹਾਂ ਖੋਲ ਕੇ ਤੁਹਾਨੂੰ ਕਹਿ ਰਹੇ ਨੇ ਆਓ ਪ੍ਰਕਾਸ਼ ਗੁਰਪੁਰਬ ਤੇ ਆਓ, ਰੋਜ਼ ਸਾਡੇ ਕੋਲ ਆਓ। ਸਾਡੇ ਕੋਲ ਅਸੀਂ ਤੇ ਇਹ ਬੜੀ ਮਨ ਦੀ ਖੁਆਇਸ਼ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਜ਼ਰੀਏ ਸੰਗਤ ਆਵੇ, ਰੋਜ਼ ਉੱਥੇ ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਸਾਡੇ ਕੋਲ ਮੌਜੂਦ ਹੋਵੇ। ਲੇਕਿਨ ਪਾਕਿਸਤਾਨ ਤੋਂ ਜਿੰਨੀਆਂ ਸਾਡੀ ਬਹੁਤ ਘੱਟ ਗਿਣਤੀ ਵਿੱਚ ਸੰਗਤਾਂ ਰਹਿੰਦੀਆਂ ਹਨ ਉਹ ਜਾਂਦੀਆਂ ਹਨ ਔਰ ਅਸੀਂ ਉਡੀਕਦੇ ਰਹਿੰਦੇ ਹਨ ਕਿ ਉੱਥੋਂ ਸੰਗਤਾਂ ਆਉਣਗੀਆਂ, ਉਹ ਤੁਸੀਂ ਆਉਂਦੇ ਨਹੀਂ। ਕਦੀ ਕੋਈ ਸਾਬਤ ਨਹੀਂ ਕਰ ਸਕੇਗਾ ਕਿ ਪਾਕਿਸਤਾਨ ਦੇ ਵਿੱਚ ਗੁਰਤਾਮ ਜਿਹੜੇ ਹਨ ਉਹ ਸਿੱਖਾਂ ਦੇ ਹੱਥ ਵਿੱਚ ਨਹੀਂ ਹਨ। ਪਾਕਿਸਤਾਨ ਦੇ ਗੁਰਤਾਮਾਂ ਦੀ ਸੇਵਾ ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ ਵਿੱਚ ਹੈ ਔਰ ਰਹੇਗੀ ਔਰ ਅਸੀਂ ਇਹਦੀ ਸੇਵਾ ਸੰਭਾਲ ਕਰ ਰਹੇ ਹਾਂ। ਬਾਕੀ ਅਗਰ ਕਿ ਸਾਡੇ ਜਿਹੜੇ ਪ੍ਰੋਪੇਗੈਂਡਾ ਕਰਨ ਵਾਲੇ ਜਿਹੜੇ ਇਹ ਕਹਿੰਦੇ ਹਨ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰਡਰ ਦੇ ਉੱਤੇ ਬੈਠ ਜਾਵੇ, ਕਿ ਕਸਟਮ ਦੇ ਉੱਤੇ ਅਸੀਂ ਬੈਠ ਜਾਈਏ, ਇਮੀਗ੍ਰੇਸ਼ਨ ਦਾ ਕੰਮ ਅਸੀਂ ਕਰੀਏ, ਦੇਖੋ ਜਿਹੜੇ ਸਰਕਾਰ ਦੇ ਕੰਮ ਨੇ ਉਹ ਸਰਕਾਰ ਨੇ ਕਰਨੇ ਆ। ਜਿਹੜੇ ਗੁਰਦੁਆਰੇ ਦੇ ਅੰਦਰ ਸਾਡੇ ਧਾਰਮਿਕ ਮਾਮਲਾਤ ਨੇ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲਾਣੇ ਨੇ, ਉਹ ਅਸੀਂ ਚਲਾ ਰਹੇ ਹਾਂ ਔਰ ਤੁਹਾਡੇ ਤੋਂ ਵਧੀਆ ਚਲਾ ਰਹੇ ਹਾਂ। ਤੁਹਾਨੂੰ ਕਿਸੇ ਨੂੰ ਇਹ ਚੀਜ਼ ਦੇ ਉੱਤੇ ਉਂਗਲ ਉਠਾਉਣ ਦੀ ਇਜਾਜ਼ਤ ਨਾ ਅਸੀਂ ਦਿੱਤੀ ਹੈ ਨਾ ਦੇਵਾਂਗੇ, ਕਿਉਂਕਿ ਅਸੀਂ ਇੱਕ ਆਜ਼ਾਦ ਸ਼ਹਿਰੀ ਹਾਂ ਔਰ ਸਾਡੀ ਸਰਕਾਰ ਨੇ ਸਾਨੂੰ ਇਹ ਇਖਤਿਆਰ ਦਿੱਤਾ ਹੈ। ਪੂਰੀ ਦੁਨੀਆ ਦੇ ਵਿੱਚ ਜਿੰਨੇ ਸੰਗਤਾਂ ਸਾਡੀ ਗੱਲ ਸੁਣ ਰਹੀ ਹੈ, ਅਸੀਂ ਪਹਿਲੇ ਵੀ ਬੇਨਤੀ ਕੀਤੀ ਸੀ ਕਿ ਇਹ ਤੁਸੀਂ ਸਾਡੇ ਕੋਲ ਆਓ, ਤੁਸੀਂ ਆਪਣੇ ਅੱਖੀਂ ਦੇਖੋ। ਜਿਹੜੇ ਸੰਗਤਾਂ ਇੱਥੇ ਆਉਂਦੀਆਂ ਹਨ ਉਹ ਦੇਖਦੀਆਂ ਹਨ ਔਰ ਉਹ ਸਾਨੂੰ ਅਪਰੀਸ਼ੀਏਟ ਕਰਦੀਆਂ ਹਨ। ਇਹਦੇ ਬਾਵਜੂਦ ਇਸ ਤਰ੍ਹਾਂ ਦੇ ਹਥਕੰਡੇ ਇਸਤੇਮਾਲ ਕਰਕੇ ਸਾਨੂੰ ਦੁੱਖ ਹੁੰਦਾ ਹੈ, ਕਿਉਂਕਿ ਅਸੀਂ ਇਸ ਦੇਸ਼ ਦੇ ਵਾਸੀ ਹਾਂ ਔਰ ਸਾਡੇ ਸਰਕਾਰ ਨੇ ਸਾਨੂੰ ਪੂਰੇ ਅਧਿਕਾਰ ਦਿੱਤੇ ਹਨ ਔਰ ਸਾਨੂੰ ਪਤਾ ਸਾਡੇ ਆਪਣੇ ਅਧਿਕਾਰ ਦਾ। ਸਾਡੇ ਗੁਰਤਾਮ ਦੇ ਵਿੱਚ ਕਿਸੇ ਸਾਡੇ ਮੁਸਲਮਾਨ ਵੀਰ ਨੇ, ਕਿਸੇ ਅਧਿਕਾਰੀ ਨੇ ਕਦੀ ਸਾਡੇ ਮੁਦਾਖਲਤ ਨਹੀਂ ਕੀਤੀ, ਬਲਕਿ ਉਹ ਕਹਿੰਦੇ ਨੇ ਕਿ ਤੁਹਾਨੂੰ ਤੁਹਾਡੇ ਧਾਰਮਿਕ ਮੁਤਾਬਕ ਕੀ ਚਾਹੀਦਾ ਅਸੀਂ ਤੁਹਾਨੂੰ ਪ੍ਰੋਵਾਈਡ ਕਰੀਏ। ਕੀ ਹੋ ਸਕਦਾ ਹੈ? ਇਹਦੀ ਜ਼ਿੰਦਾ ਮਿਸਾਲ ਕਰਤਾਰਪੁਰ ਸਾਹਿਬ ਦੀ ਕੋਰੀਡੋਰ ਹੈ। ਜਿਹੜੇ ਲੋਕ ਦਰਸ਼ਨ ਕਰਕੇ ਗਏ ਹਨ ਉਹ ਇਹਦੀ ਗਵਾਹੀ ਦੇਣਗੇ, ਕਿਉਂਕਿ 9 ਮਹੀਨੇ ਦੇ ਵਿੱਚ ਇਸ ਸ਼ਾਰਟ ਮੁੱਦਤ ਦੇ ਵਿੱਚ ਏਡਾ ਵੱਡਾ ਕੰਪਲੈਕਸ ਬਣਾਇਆ। 875 ਏਕੜ ਜ਼ਮੀਨ ਰੀਸੈਂਟਲੀ ਸਾਡੇ ਹਵਾਲੇ ਕੀਤੀ ਗਈ ਹੈ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਨੂੰ। ਹੁਣ ਭਾਈ ਜਿੰਨੀ ਸਾਡੀ ਜਾਇਦਾਦ ਹੈ, ਜਿੰਨੀ ਸਾਡੀ ਪ੍ਰਾਪਰਟੀ ਹੈ, ਉਸ ਨੂੰ ਅਵੈਕਿਊ ਟਰਸਟ ਪ੍ਰਾਪਰਟੀ ਬੋਰਡ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲ ਕੇ ਦੇਖਦੀ ਹੈ ਔਰ ਇਹਦਾ ਵੀ ਮਿਲ ਕੇ ਦੇਖੇਗੀ। ਜੋ ਸਾਡੇ ਧਾਰਮਿਕ ਇਸ਼ੂ ਨੇ, ਕਿਉਂਕਿ ਅਸੀਂ ਭਾਵੇਂ ਪਾਕਿਸਤਾਨ 'ਚ ਰਹਿੰਦੇ ਹਾਂ, ਅਸੀਂ ਅਕਾਲ ਤਖਤ ਸਾਹਿਬ ਦੇ ਜੋ ਸਾਡਾ ਰਹਿਤ ਮਰਿਆਦਾ ਅਸੀਂ ਉਹਨੂੰ ਮੰਨਦੇ ਹਾਂ, ਅਸੀਂ ਉਹਨੂੰ ਫੋਲੋ ਕਰਦੇ ਹਾਂ। ਸੋ
ਮੈਂ ਬੇਨਤੀ ਕਰਦਾ ਕਿ ਇਹੋ ਜਿਹੇ ਜੋ ਇਹ ਲਾਂਘਾ ਬੜੇ ਚਾਵਾਂ ਨਾਲ ਬੜੇ ਅਰਦਾਸਾਂ ਤੋਂ ਬਾਅਦ ਖੋਲ੍ਹਿਆ ਗਿਆ, ਇਹਨੂੰ ਕੰਟਰੋਵਰਸ਼ਲ ਨਾ ਬਣਾਓ, ਇਹਨੂੰ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਖੋਲ੍ਹ ਕੇ ਵੱਧ ਤੋਂ ਵੱਧ ਸੰਗਤ ਆਵੇ ਤਾਂ ਕਿ ਅਸੀਂ ਆਪਣੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਸਕੀਏ। ਇੱਕ ਵਾਰੀ ਫਿਰ ਮੈਂ ਇਸ ਬਿਆਨ ਦੀ ਨਿਖੇਧੀ ਕਰਦਾ, ਇਹਨੂੰ ਕੰਡੈਮ ਕਰਦਾ। ਪਾਕਿਸਤਾਨ ਦੇ ਵਿੱਚ ਸਿੱਖ ਆਜ਼ਾਦ ਨੇ, ਗੁਰਤਾਮ ਆਜ਼ਾਦ ਨੇ ਔਰ ਅਸੀਂ ਆਪਣੀ ਸੇਵਾ ਸੰਭਾਲ ਆਪ ਕਰ ਰਹੇ ਹਾਂ ਔਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।